ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ प्रसाद। जब लो नहीं भाग लिलार उदय, तब लो भ्रमते फिरते बहुतायो। कल कोहर समुद्र में बूढ़त थे, कबहू मिट है नहीं रे पछुतायो। तत् विचार यह मथुरा, जग तारण को अवतार बनायो। जपयो जिने अर्जन देव गुरु, फिर संकट जौन गर्भ नहीं आयो। जपयो जिने अर्जन देव गुरु, फिर संकट जौन गर्भ नहीं आयो। बेशुमार यथाह अगंत अतुल्य, ज्यों बोलावो त्यों नानक दास बोले। जुगो जुग अटल धन धन गुरु ग्रंथ साहिब जी, गुरु पातशाह जी दी अपर अपार अजमत बख्शिश। गुरपुरब दी पावन शाम, शहीदां दे सरताज पंचम नानक धन गुरु अर्जन साहिब जी दे पावन शहादत पुरब नूं समर्पित चल रहे समागमां विच शाम समय आप हाज़रीन हो, या घरां तावां तों दूर दराज टैलीविजन राहीं या होर सोशल मीडिया रिसोर्सिस राहीं आप गुर शब्द दी संगत दी इस महिमा नूं मंडित हो रहे हो, मान पा रहे हो। वडभागता है। अजे हुणे गुरबाणी कीर्तन आप ਸਰੋਤ पा रहे सी। भाई साहब भाई गुरदास जी का पावन बचन, कुर्बानी तिन्हां गुरसिखां पाए भगत गुरपुरब करंदे। मैं उन्हां गुरु के सिखां तो कुर्बान जाना ਜਿਹੜੇ ਭਾਵਨੀ ਭਗਤ ਦੇ ਨਾਲ ਆਪਣੇ ਪੁਰਖਿਆਂ ਦੇ, ਆਪਣੇ ਬਜ਼ੁਰਗਾਂ ਦੇ ਦਿਨ ਦਿਹਾੜੇ, ਖਾਸ ਕਰਕੇ ਆਪਣੇ ਗੁਰੂਆਂ ਦੇ ਪੁਰਬ ਨੂੰ ਯਾਦ ਕਰਦੇ ਨੇ। ਸੋ ਆਓ ਇਸ ਸਮੇਂ ਵਿੱਚ ਜੋ ਕਥਾ ਦਾ ਸਮਾਂ ਸਾਨੂੰ ਪ੍ਰਾਪਤ ਹੈ, ਗੁਰੂ ਅਰਜਨ ਸਾਹਿਬ ਜੀ ਦੀ ਪਾਵਨ ਸ਼ਖਸੀਅਤ, ਉਹਨਾਂ ਦਾ ਮਾਨਵਤਾ ਦੇ ਪ੍ਰਤੀ ਜੋ ਯੋਗਦਾਨ, ਗੁਰਬਾਣੀ ਵਿੱਚ ਉਹਨਾਂ ਦੀ ਵਿਚਾਰਧਾਰਾ ਜੋ ਸਮੁੱਚੀ ਮਾਨਵਤਾ ਲਈ ਹੈ, ਅਤੇ ਨਾਲ ਦੀ ਨਾਲ ਕੁਝ ਸ਼ਹਾਦਤ ਦੇ ਰੰਗ, ਉਹਦੀਆਂ ਰਿਸ਼ਮਾਂ, ਉਹਨਾਂ ਨੂੰ ਅਸੀਂ ਅਗਲੇ ਬਣਦੇ ਸਮੇਂ ਵਿੱਚ ਮਾਨਣ ਦਾ ਯਤਨ ਕਰਾਂਗੇ। ਇਹ ਸਾਰੇ ਨੂੰ ਅੱਜ ਦੇ ਮਾਹੌਲ ਦੇ ਵਿੱਚ ਉਹਦੀ ਸਿਗਨੀਫਿਕੇਸ਼ਨ ਜਿਹੜੀ ਹੈਗੀ ਹੈ, ਵਟ ਕਾਈਂਡ ਆਫ ਮੈਸੇਜਿਸ ਵੀ ਆਰ ਗੈਟਿੰਗ ਇਨ ਟੂਡੇਜ਼ ਵਰਲਡ, ਔਰ ਯੂ ਕੈਨ ਸੇ ਵਟ ਕਾਈਂਡ ਆਫ ਸਿਗਨੀਫਿਕੇਸ਼ਨ ਇਜ਼ ਰਿਫਲੈਕਟਿੰਗ ਫਰੋਮ ਗੁਰੂ ਅਰਜਨ ਸਾਹਿਬ's martyrdoms. So we'll actually discuss about it. Let's start with Guru Sahib's Fateh. Put your hand together, bow your head toward Guru Granth Sahib Maharaj. Say with me out loudly, Vaheguru Ji Ka Khalsa, Vaheguru Ji Ki Fateh. ਭੱਟ ਸਾਹਿਬਾਨ ਦਾ ਸਵਈਆ ਉੱਥੋਂ ਹੀ ਬਾਤ ਸ਼ੁਰੂ ਕਰਦੇ ਹਾਂ। ਉਹ ਜ਼ਿਕਰ ਕਰਦੇ ਨੇ ਕਿ ਗੁਰੂ ਅਰਜਨ ਸਾਹਿਬ, ਤੁਹਾਡੇ ਬਾਰੇ ਅਸੀਂ ਕੀ ਬਾਤ ਕਰ ਸਕਦੇ ਹਾਂ कि जग और न याहे महात्म में अवतार उजागर आन कियो। तिनके दुख कोटक दूर गए, मथुरा जिन अमृत नाम लियो। यह पद्दित ते मत चूकै रे मन भेद, विभेद न जान बियो। प्रतच्छ हृदय गुरु अर्जन के हर पूर्ण ब्रह्म निवास लियो। हे गुरु अर्जन साहब, ਜਦੋਂ ਅਸੀਂ ਤੁਹਾਡੇ ਵੱਲ ਤੱਕਦੇ ਹਾਂ ਤੇ ਸਾਨੂੰ ਇੰਝ ਲੱਗਦਾ ਹੈ ਕਿ ਸਾਕਸ਼ਾਤ ਬ੍ਰਹਮ ਰੂਪ, ਕਰਤਾਰ ਰੂਪ ਤੁਹਾਡੇ ਵਿੱਚੋਂ ਪ੍ਰਦਰਸ਼ਿਤ ਹੁੰਦਾ, ਤੁਹਾਡੇ ਵਿੱਚੋਂ ਰਿਫਲੈਕਟ ਕਰਦਾ ਹੈਗਾ। ਉਹਦੇ 'ਚ ਕਿਉਂਕਿ ਭਾਰਤੀ ਖਿੱਤਾ ਅਵਤਾਰੀ ਸੋਚ ਨਾਲ ਪ੍ਰਣਾਇਆ ਰਿਹਾ, ਇਹਦੇ 'ਚ ਵਕਤ ਬਾ ਵਕਤ ਵੱਖਰੇ ਵੱਖਰੇ ਅਵਤਾਰਾਂ ਦੀ ਬਾਤ ਕੀਤੀ ਗਈ। ਅਤੇ ਭੱਟਾਂ ਨੇ ਬੜੇ
ਐਸੇ ਮੈਟਾਫੋਰ ਦੇ ਨਾਲ ਬਾਤ ਸ਼ੁਰੂ ਕੀਤੀ। ਉਹ ਕਹਿੰਦੇ ਜਗ ਔਰ ਨਾ ਯਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ। ਜੋ ਗੁਰੂ ਅਰਜਨ ਸਾਹਿਬ ਤੁਹਾਡਾ ਮਹਾਤਮ ਹੈ, ਜੋ ਤੁਹਾਡੀ ਮਹੱਤਤਾ ਹੈ, ਜੋ ਤੁਹਾਡਾ ਇੰਪੋਰਟੈਂਟ ਰੋਲ ਹੈ, ਆਪ ਅਹਿਸਾਸ ਕਰੀਏ ਕਿ ਇੱਕ ਵਰਡ ਹੈਗਾ ਯੁੱਗ ਪੁਰਸ਼, ਜੋ ਅਕਸਰ ਅਸੀਂ ਕਈ ਵਾਰ ਬੜੀ ਰੋਂਗ ਡਿਸਕ੍ਰਿਪਸ਼ਨ ਨਾਲ ਯੂਜ਼ ਕਰ ਲੈਂਦੇ ਹਾਂ। ਇਹਨੂੰ ਵੀ ਯੁੱਗ ਪੁਰਸ਼ ਕਹਿ ਦਿਓ, ਇਹਨੂੰ ਵੀ ਯੁੱਗ ਪੁਰਸ਼ ਕਹਿ ਦਿਓ, ਇਹਨੂੰ ਵੀ ਮਹਾਂਪੁਰਖ ਕਹਿ ਦਿਓ। ਬਟ ਐਗਜ਼ੈਕਟਲੀ ਯੁੱਗ ਪੁਰਸ਼ ਦਾ ਮਤਲਬ ਕੀ ਹੁੰਦਾ ਆ? ਜਿਹਦੇ ਨਾਲ ਇੱਕ ਐਰਾ ਕੰਪਲੀਟ ਉਹ ਬਦਲ ਜਾਂਦਾ ਆ। ਗੁਰੂ ਅਰਜਨ ਸਾਹਿਬ ਇੱਕ ਬ੍ਰਿਜ ਨੇ ਗੁਰਬਾਣੀ ਯੁੱਗ ਤੋਂ ਕੁਰਬਾਨੀ ਯੁੱਗ ਦੇ ਵਿੱਚ। ਸਿੱਖੀ ਸੋਚ ਤੁਸੀਂ ਸਿੱਧੇ ਤੌਰ ਤੇ ਦੇਖੋਗੇ, ਇਹ ਮੁਜੱਸਮ ਨੇ ਗੁਰਬਾਣੀ ਦੇ ਵਿੱਚ ਇਹਨੂੰ ਕਿਹਾ ਗਿਆ ਇਹ ਬਾਣੀ ਕੇ ਬੋਹਿਤ ਨੇ। ਕੁਰਬਾਨੀ ਦੇ ਵਿੱਚ ਕਿਹਾ ਗਿਆ ਸ਼ਹੀਦਾਂ ਦੇ ਸਰਤਾਜ ਨੇ। ਮਤਲਬ ਦੇਖੋ ਕੈਸੀ ਹਸਤੀ ਹੈ। ਇੱਕੋ ਸਮੇਂ ਇਸ ਲਕਬ ਦੇ ਨਾਲ, ਮਤਲਬ ਬਹੁਤ ਹਾਇਰ ਲੈਵਲ ਦਾ ਕੈਲੀਬਰ ਹੈ ਜਿਹੜਾ ਪਿੱਲਰ ਪਾਉਂਦਾ ਇਹਨਾਂ ਦੀ ਪਰਸਨੈਲਿਟੀ ਦੇ ਵਿੱਚ, ਉਸ ਰੂਪ ਦੇ ਅੰਦਰ। ਜੇ ਆਪਾਂ ਗੁਰੂ ਅਰਜਨ ਸਾਹਿਬ ਦੇ ਦੌਰ ਦੀ ਬਾਤ ਕਰਦੇ ਹਾਂ, ਕੁਝ ਬਚਨ ਬਾਣੀ 'ਚ ਹੋਰ ਲੈ ਲੈਂਦੇ ਹਾਂ ਨਾਲ। ਅੱਜ ਵਰਲਡ ਵਾਈਡ, ਮੈਂ ਕਿਹਾ ਅੱਜ ਦੀ ਸਿਗਨੀਫਿਕੇਸ਼ਨ 'ਚ ਬਾਤ ਕਰਾਂਗੇ। ਕੋਵਿਡ-19 ਪਿਛਲੇ 14-15 ਮਹੀਨਿਆਂ ਤੋਂ ਵਰਲਡ ਵਾਈਡ ਪੂਰੀ ਦੁਨੀਆ ਦੇ ਵਿੱਚ 2-4 ਹੋ ਰਹੀ ਹੈ। ਇਹਦੇ ਵਿੱਚੋਂ ਲੋਕਾਂ ਨੇ ਬੜੀ ਸਟਰਗਲ ਨਿਕਲੀ ਹੈ, ਬਹੁਤ ਕੁਝ ਨਿਕਲਿਆ। ਪਰ ਇਹ ਨਹੀਂ ਹੁੰਦਾ ਹਰ ਆਪਦਾ, ਹਰ ਵਿਪਦਾ, ਹਰ ਵਬਾ ਦੇ ਵਿੱਚੋਂ ਕੁਝ ਚੰਗਾ ਵੀ ਨਿਕਲਦਾ। ਬੀਇੰਗ ਏ ਸਿੱਖ, ਜਦੋਂ ਅਸੀਂ ਦੇਖਦੇ ਹਾਂ ਜੋ ਸਿੱਖੀ ਵਿੱਚ ਸੇਵਾ ਦਾ ਸੰਕਲਪ ਆ, ਉਹ ਤੇ ਗੁਰੂ ਸਾਹਿਬ ਦੇ ਪਹਿਲੇ ਉਪਦੇਸ਼ ਦੇ ਨਾਲ ਹੀ ਆਇਆ ਸੀਗਾ ਵੀ ਵੰਡ ਕੇ ਛਕਣਾ। ਮਾਨਵਤਾ ਦੇ ਵਿੱਚ ਹੀ ਰੱਬ ਆ। ਧੰਨ ਗੁਰੂ ਨਾਨਕ ਸਾਹਿਬ ਜਦੋਂ ਜਗਨਨਾਥਪੁਰੀ ਜਾਂਦੇ ਤੇ ਉਹ ਪੁੱਛਦੇ, ਚਲੋ ਆਰਤੀ ਤੇ ਠੀਕ ਆ ਵੀ ਤੁਸੀਂ ਕਹਿੰਦੇ ਹੋ ਸਾਡੀ ਆਰਤੀ ਕੁਝ ਨਹੀਂ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੂ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ। ਇਸ ਆਰਤੀ ਦੇ ਮੁਕਾਬਲੇ ਇਹ ਆਰਤੀ ਦੀਵਿਆਂ ਵਾਲੀ ਤੇ ਕੁਝ ਵੀ ਨਹੀਂ। ਵਾਕਿਆ 'ਚ ਹੀ ਕਾਇਨਾਤ ਸਾਰੀ ਉਸ ਸਿਰਜਣਹਾਰ ਦੀ ਪਰਿਕਰਮਾ ਕਰ ਰਹੀ ਹੈ, ਉਸ ਓਂਕਾਰ ਦੀ। ਪਰ ਗੱਲ ਇਹ ਹੈ, ਅਸੀਂ ਤੇ ਜਗਤ ਦੇ ਨਾਥ ਦੀ ਮੂਰਤੀ ਬਣਾਈ ਇੱਥੇ। ਤੁਸੀਂ ਆਰਤੀ ਦੇ ਜਿਹੜਾ ਹੈ ਉਹ ਤੇ ਸਾਨੂੰ ਚਮਕ ਦੇ ਦਿੱਤੀ, ਉਹਦਾ ਤੇ ਲਿਸ਼ਕਾਰਾ ਦੇ ਦਿੱਤਾ। ਬਟ ਹਾਊ ਅਬਾਊਟ ਜਿਹਦੀ ਆਰਤੀ ਹੋ ਰਹੀ ਹੈ ਉਹ ਕੌਣ ਹੈ? ਉਹਦੇ ਬਾਰੇ ਵੀ ਤਾਂ ਦੱਸੋ ਨਾ ਕੁਛ ਨਾ ਕੁਛ। ਇਕੱਲੀ ਆਰਤੀ ਨਾਲ ਤੇ ਗੱਲ ਨਹੀਂ ਨਾ ਬਣਨੀ। ਤੇ ਬਾਬਾ ਜੀ ਫਿਰ ਉਹਦੇ ਬਾਰੇ ਦੱਸਦੇ ਨੇ। ਬਾਬਾ ਜੀ ਕਹਿੰਦੇ ਉਹਨੂੰ ਜਾਣਨਾ ਚਾਹੁੰਦੇ ਹੋ? ਇਸ ਡਿਸਕ੍ਰਿਪਸ਼ਨ ਜਾਣੋਗੇ ਉਹਨੂੰ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਉਹ ਸਰਗੁਣ ਵੀ ਹੈ, ਉਹ ਨਿਰਗੁਣ ਵੀ ਹੈ। ਉਹ ਸਰਗੁਣ ਤੇ ਨਿਰਗੁਣ ਦੋਹਾਂ ਤੋਂ ਬਾਹਰ ਵੀ ਹੈ। ਕਮਾਲ ਹੈ। ਮੈਂ ਯੰਗ ਬੱਚਿਆਂ ਨੂੰ ਕਈ ਵਾਰੀ ਗੁਰਬਾਣੀ ਲਿਟਰੇਚਰ ਦੇ ਨਾਲ, ਗੁਰਬਾਣੀ ਦੇ ਨਾਲ ਜੋੜਦਿਆਂ ਹੋਇਆਂ ਬਾਤ ਕਰਦਾ ਕਿ ਲੈਟਸ ਡਿਸਕਸ ਦਿਸ ਗੁਰਬਾਣੀ ਐਜ਼ ਏ ਹਾਈਐਸਟ ਸੋਰਸ ਆਫ ਲਿਟਰੇਚਰ। You're going to be amazed when you're going to see how Maharaj has given these presentation. ਮਤਲਬ ਅਸੀਂ ਤਾਂ ਪੰਜਾਬੀ ਬੋਲਦੇ ਹਾਂ ਘਰਾਂ ਥਾਵਾਂ ਦੇ ਵਿੱਚ, ਅਜੇ ਪੰਜਾਬੀ ਬਿਲਕੁਲ ਸਾਨੂੰ ਸਾਰਿਆਂ ਨੂੰ ਸਰਲ ਹੈ। ਗੁਰਮੁਖੀ ਅੱਖਰ ਪੜ੍ਹਨੇ ਬਹੁਤੇ ਔਖੇ ਨਹੀਂ ਹੈ। ਈਵਨ ਕੈਨੇਡੀਅਨ ਬੌਰਨ ਬ੍ਰੌਟ ਅਪ ਬੱਚੇ, ਅਮੈਰੀਕਨ, ਨਾਰਥ ਅਮੈਰੀਕਨ ਬੌਰਨ ਬ੍ਰੌਟ ਅਪ ਬੱਚੇ, ਇਟਸ ਨੋਟ ਅ ਹਾਰਡ ਥਿੰਗ। ਬਟ ਬੋਏ ਮੈਂ ਬੇਨਤੀ ਕਰ, ਰੌਕਟ ਸਾਇੰਸ ਨਹੀਂ ਹੈ। ਜਿੰਨਾ ਇਹ ਬੱਚੇ ਇੱਥੇ ਕੈਮਿਸਟਰੀ, ਫਿਜ਼ਿਕਸ, ਮੈਥ ਤੇ ਹੋਰ ਪਤਾ ਨਹੀਂ ਕੀ ਕੁਝ ਪੜ੍ਹ ਜਾਂਦੇ ਨੇ, ਇਹ ਤੇ ਉਹਨਾਂ ਦੇ ਮਾਂ ਦੇ ਦੁੱਧ ਨਾਲ ਖੁਰ ਕੇ ਆਈ ਚੀਜ਼ ਆ ਉਹਨਾਂ ਦੇ ਅੰਦਰ। ਬਸ ਥੋੜ੍ਹਾ ਜਿਹਾ ਇੱਕ ਐਨਵਾਇਰਮੈਂਟ ਹੀ ਬਿਲਡ ਕਰਨ ਦੀ ਲੋੜ ਹੈ, ਥੋੜ੍ਹਾ ਐਕਸਪੋਜ਼ਰ ਦੇਣ ਦੀ ਲੋੜ ਹੈ। ਦੇ ਗੋਨਾ ਗੈਟ ਇਟ। ਤੇ ਜਦੋਂ ਇਸ ਨੂੰ ਪ੍ਰਾਪਤ ਕਰਨਗੇ ਤੇ ਦੇਖਣਗੇ, ਵਾਓ, ਮਤਲਬ ਤੁਸੀਂ ਫਿਲਾਸਫੀ ਕਹਿ ਲਓ, ਤੁਸੀਂ ਆਈਡੀਅਲ ਇੱਕ ਸਕੂਲ ਆਫ ਥਾਟ ਕਹਿ ਲਓ, ਤੁਸੀਂ ਸਪਿਰਿਚੁਅਲਿਟੀ ਦਾ ਬੜਾ ਸੁਪੀਰੀਅਰ ਲੈਵਲ ਦਾ ਮੈਸੇਜ ਕਹਿ ਲਓ, ਐਨੀਥਿੰਗ ਤੁਸੀਂ ਕਿਸੇ ਚੀਜ਼ ਨਾਲ ਵੀ ਰੀਨੇਮ ਕਰ ਲਓ ਇਸ ਚੀਜ਼ ਨੂੰ। ਪਰ ਜਦੋਂ ਇਹਦੇ ਗੋ ਥਰੂ ਜਾਣਗੇ, ਦੇਖਣਗੇ ਕਮਾਲ ਹੈ। ਕੰਪੈਰੇਟਿਵ ਵੀ ਕੋਈ ਨਹੀਂ ਹੈਗਾ ਇਹਨਾਂ ਬਚਨਾਂ ਦਾ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨੰਨਾ ਏਕ ਤੋਹੇ। ਹਜ਼ਾਰਾਂ ਹਜ਼ਾਰਾਂ ਮੂਰਤਾਂ ਤੇਰੀਆਂ, ਹਜ਼ਾਰਾਂ ਹਜ਼ਾਰਾਂ ਸ਼ਕਲਾਂ ਤੇਰੀਆਂ, ਹਜ਼ਾਰਾਂ ਹਜ਼ਾਰਾਂ ਅੱਖਾਂ ਤੇਰੀਆਂ, ਪਰ ਹੇ ਕਰਤਾਰ, ਹੇ ਸਿਰਜਣਹਾਰ, ਹੇ ਓਂਕਾਰ, ਤੇਰੀ ਇੱਕ ਵੀ ਅੱਖ ਨਹੀਂ। ਪਰ ਜੇ ਕੋਈ ਇਹ ਕਹੇ ਬਾਬਾ ਜੀ ਤੁਹਾਨੂੰ ਤੇ ਪੁੱਛਿਆ ਸੀ, ਉਹਦੇ ਨਾਲ
ਵਾਬਸਤਾ ਕਰੋ। ਤੁਸੀਂ ਤੇ ਹੋਰ ਕੰਪਲੈਕਸ ਕਰੀ ਜਾ ਰਹੇ ਹੋ। ਵਾਬਸਤਗੀ ਕਿਵੇਂ ਬਣੇਗੀ? ਹਾਊ ਕੈਨ ਵੀ ਮੇਕ ਸਮ ਸੋਰਟ ਆਫ ਐਸੋਸੀਏਸ਼ਨ ਟੂਵਰਡ दैट ਹਾਈਐਸਟ ਪਾਵਰ ਆਲਮਾਈਟੀ। then ਬਾਬਾ ਜੀ ਡਿਸਕ੍ਰਾइब very clearly, क्या सब में जोत, जोत है सोए। ਉਹ ਪਰਿਪੂਰਨ ਇੱਕ ਡਿਵਾਈਨ ਲਾਈਟ ਦੀ ਤਰ੍ਹਾਂ ਆ, ਜਿਹੜਾ ਓਮਨੀ ਪ੍ਰੈਜ਼ੈਂਟ ਆ, ਜਿਹਦੀ ਹਸਤੀ ਕਿਸੇ ਤਰੀਕੇ ਨਾਲ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ, ਹਰ ਜਗ੍ਹਾ ਤੇ ਮੌਜੂਦ ਤੇ ਮੁਅੱਸਰ ਹੈ। ਸੋ ਦੀ ਬਾਤ ਕੀਤੀ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਇਹ ਜਿਹੜਾ ਜੀਵਨ ਤੁਰਦਾ ਫਿਰਦਾ ਨੱਚਦਾ ਟੱਪਦਾ ਹੱਸਦਾ ਖੇਡਦਾ ਕੁਝ ਹੋਰ ਨਹੀਂ, ਉਸ ਖੁਦਾਈ ਹਸਤੀ ਦੀ ਆਪਣੀ ਸਹੀ ਰੂਪ ਦੇ ਚ ਉਹਦੀ ਪਰਛਾਈ ਹੈ। ਇਹ ਸਾਨੂੰ ਜੋ ਕੁਝ ਦਰਸ਼ਨ ਹੋ ਰਹੇ ਨੇ ਸਾਰੇ ਦੇ ਸਾਰੇ ਕਾਸੇ ਦੇ, ਇਹ ਮੂਕਰ ਮਾਹ ਜੈਸੇ ਛਾਈ, ਇਹ ਉਹਦੇ ਹੀ ਪਰਛਾਵੇਂ ਨੇ ਸ਼ੀਸ਼ੇ 'ਚੋਂ ਦਿਸਣ ਵਾਲੇ, ਇਹ ਸਭ ਉਹਦੇ ਹੀ ਸ਼ੀਸ਼ੇ ਨੇ, ਉਹੀ ਵਿਖਾ ਰਿਹਾ ਸਭ ਕੁਝ ਇਸ ਰੂਪ ਦੇ ਅੰਦਰ। ਜਿਹੜੀ ਅਸੀਂ ਖੁਸ਼ਬੂ ਮਾਣਨੇ ਆ ਜ਼ਿੰਦਗੀ ਦੀ, ਪੂਹਪ ਮਦ ਜਿਉਂ ਬਾਸ ਬਸਤ ਹੈ, ਜਿਵੇਂ ਫੁੱਲ ਵਿੱਚ ਖੁਸ਼ਬੂ ਆਉਂਦੀ ਹੈ, ਉਹਦੀ ਜ਼ਿੰਦਗੀ ਦੀ ਖੁਸ਼ਬੂ ਕਰਤਾਰ ਦੀ ਖੁਸ਼ਬੂ ਹੈ ਅਸਲ ਵਿੱਚ। ਸੋ ਜਦੋਂ ਸਿੱਖੀ ਦਾ ਸਕੂਲ ਇਹ ਸਮਝਾਉਂਦਾ ਆ, ਫਿਰ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਆ। ਮਾਨਵਤਾ ਦੇ ਪ੍ਰਤੀ ਆਪਣਾ ਕਮਿਟਮੈਂਟ ਰੱਖਣਾ, ਮਨੁੱਖ ਦੇ ਦਰਦ ਦਾ ਭਾਈਵਾਲ ਬਣਨਾ, ਦਰਦਵੰਦ ਬਣਨਾ, ਉੱਥੇ ਕਿਸੇ ਨੂੰ ਲੋੜਵੰਦ ਦੀ ਲੋੜ ਪੂਰੀ ਕਰਨ, ਤੇ ਖਾਸ ਕਰਕੇ ਇਸ ਸਮੇਂ ਦੇ ਵਿੱਚ ਜਦੋਂ ਮਨੁੱਖਤਾ ਇਸ ਕ੍ਰਾਈਸਿਸ ਵਿੱਚੋਂ ਲੰਘਦੀ ਹੈ, that time people recognized it, people witnessed it. Wow! So this is the ਸਿੱਖੀ practicing. ਇਹ ਹੈ ਸਿੱਖੀ ਦੀ ਪ੍ਰੈਕਟਿਸ। ਭਾਈ ਰੱਬ ਦੀ ਜੋਤ ਸਾਰਿਆਂ 'ਚ ਵੇਖਣੀ, ਇਸ ਰੂਪ ਦੇ ਸਭ ਚੀਜ਼ਾਂ ਲੈ ਕੇ ਆਉਣੀਆਂ। ਸੋ ਇਹ ਸੰਕਲਪ ਅੱਜ ਅਸੀਂ ਇਸ ਸਮੇਂ ਦੇ ਵਿੱਚ ਦੇਖ ਰਹੇ ਹੈਗੇ ਆ, ਇਸ ਰੂਪ ਦੇ ਵਿੱਚ। ਇਹ ਗੁਰੂ ਮਹਾਰਾਜ ਦਾ ਪਾਵਨ ਸੰਦੇਸ਼ ਸੀਗਾ। ਗੁਰੂ ਨਾਨਕ ਸਾਹਿਬ ਤੋਂ ਤੁਰਿਆ, ਗੁਰੂ ਸਾਹਿਬ ਨੇ ਅੱਗੇ ਉਸੇ ਰੂਪ ਵਿੱਚ ਤੋਰਿਆ। ਗੁਰੂ ਅਰਜਨ ਸਾਹਿਬ ਇਸ ਸੰਦੇਸ਼ ਨੂੰ ਪੈਰਾਂ ਸਿਰ ਕਰਦੇ ਨੇ। ਸ਼ਾਇਦ ਅਸੀਂ ਵੀ ਉਸ ਦੁਨੀਆ 'ਚ ਗਵਾਚ ਜਾਂਦੇ ਜਿੱਥੇ ਧਰਮ ਸਿਰਫ ਇੱਕ ਪ੍ਰਟੈਂਡ ਐਕਟ ਰਹਿ ਜਾਂਦਾ ਹੈ, ਧਰਮ ਆਪਣੇ ਮੀਨਿੰਗ ਗਵਾ ਜਾਂਦਾ ਆ। ਇਹ ਤਾਂ ਨਾ ਹੋ ਪਾਇਆ ਕਿਉਂਕਿ ਗੁਰੂ ਅਰਜਨ ਸਾਹਿਬ ਨੇ ਗ੍ਰੰਥ ਸਾਹਿਬ ਵਰਗੀ ਰਚਨਾ ਰਚ ਦਿੱਤੀ। ਤੇ ਉਹ ਸਮਾਂ ਹੈ, ਅਸੀਂ ਬਚਨੇ ਪੜ੍ਹਦੇ ਹਾਂ ਬਾਣੀ ਵਿੱਚ ਹੀ ਕਿ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਗੁਰੂ ਅਮਰਦਾਸ ਸਾਹਿਬ ਦੇ ਸਮੇਂ ਦੇ ਵਿੱਚ ਗੁਰੂ ਸਾਹਿਬ ਬਾਣੀ ਤੇ ਬਾਣੀ ਹੈ, ਮਹਾਰਾਜ ਕਹਿੰਦੇ ਨਹੀਂ 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 ਨਹੀਂ, ਬਾਣੀ ਸੱਚੀ ਹੈ। ਤੇ ਸੱਚੀ ਬਾਣੀ ਕਿਹੜੀ ਹੈ? ਜੋ ਬਾਣੀ ਤੁਹਾਨੂੰ ਸੱਚ ਦੇ ਰਾਹ ਤੇ ਪਾਉਂਦੀ ਹੈ। ਮਗਰ ਗੁਰੂ ਅਰਜਨ ਸਾਹਿਬ ਦਾ ਸਮਾਂ ਉਹ ਆ ਰਿਹਾ ਹੈ ਜਿਹਦੇ 'ਚ ਅਸੀਂ ਅੱਗੇ ਜਾ ਕੇ ਦੇਖਦੇ ਹਾਂ, ਕਿਤੇ ਮਿਹਰਬਾਨ ਨਾਨਕ ਨਾਮ ਦੀ ਮੋਹਰ ਦੇ ਨਾਲ ਆਪਣਾ ਕੁਝ ਲਿਖੀ ਜਾ ਰਿਹਾ, ਕੁਝ ਹੈ ਹੋਰ ਇਹੋ ਜਿਹੀਆਂ ਰਚਨਾਵਾਂ ਆਈ ਜਾਂਦੀਆਂ ਨੇ। ਸਾਡੇ ਲੋਕ ਕਈ ਵਾਰੀ ਬੜੇ ਇਹੋ ਜਿਹੇ ਭੁਲੇਖੇ 'ਚ ਪੈ ਜਾਂਦੇ। ਈਵਨ ਬਹੁਤ ਸਾਰੀਆਂ ਚੀਜ਼ਾਂ ਤੇ ਐਸੀਆਂ ਨੇ, ਆਪਨੇ ਆ ਪੰਕਤੀ ਪਤਾ ਨਹੀਂ ਕਿੰਨੀ ਕਿੰਨੀ ਵਾਰ ਪੜ੍ਹੀ ਸੁਣੀ ਹੋਣੀ ਹੈ ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਨਹੀਂ ਹੈ। ਐਂਡ ਸੀਮਸ ਲਾਈਕ ਬਿਲਕੁਲ ਬਾਣੀ ਹੈ। ਤੇ ਇਹ ਸਾਰੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਐਕਚੁਅਲ ਲੈਵਲ ਤੇ ਜਿਹੜਾ ਅਸਲ ਐਸੈਂਸ ਆ, ਅਸਲ ਮੈਸੇਜ ਆ, ਉਹ ਲੋਸਟ ਹੋ ਜਾਂਦਾ ਆ। ਗੁਰੂ ਅਰਜਨ ਸਾਹਿਬ ਨੇ ਸਾਰੀ ਬਾਣੀ ਜੋ ਗੁਰੂ ਨਾਨਕ ਸਾਹਿਬ ਨੇ ਕਦੀ ਕਲੈਕਟ ਕੀਤੀ ਸੀ, ਗੁਰੂ ਨਾਨਕ ਸਾਹਿਬ ਨੇ ਉਚਰਿਤ ਕੀਤੀ, ਗੁਰੂ ਅਮਰਦਾਸ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਸਾਹਿਬ ਤੇ ਆਪ ਗੁਰੂ ਅਰਜਨ ਸਾਹਿਬ ਨੇ ਸਾਰੇ ਨੂੰ ਕੰਪਾਈਲ ਕਰਵਾਇਆ, ਆਡਿਟ ਕਰਵਾਇਆ, ਜਿਲਦਬੱਧ ਕਰਵਾਇਆ। ਪੋਥੀ ਪਰਮੇਸ਼ਰ ਕਾ ਥਾਨ, ਉਹਨੂੰ ਇੱਕ ਜਗ੍ਹਾ ਤੇ ਸਾਰੇ ਨੂੰ ਗ੍ਰੰਥ ਦੇ ਰੂਪ ਵਿੱਚ ਲਿਆਂਦਾ। ਇੱਕ ਹੋਰ ਚੀਜ਼ ਦੇਖਿਆ ਜੀ, ਅੱਜ ਦਾ ਦੌਰ ਤੇ ਬੜਾ ਵਧੀਆ ਦੌਰ ਹੈ। ਅੱਜ ਤੇ ਅਸੀਂ ਇੰਟਰਨੈਟ ਦੇ ਦੌਰ 'ਚ ਰਹਿੰਦੇ ਹਾਂ। ਕਿਸੇ ਵੀ ਚੀਜ਼ ਨੂੰ ਰਿਸਰਚ ਕਰਨ ਲੱਗਿਆ ਟਾਈਮ ਹੀ ਨਹੀਂ ਲੱਗਦਾ। ਗੂਗਲ ਵਰਗੇ ਜਾਂ ਹੋਰ ਇਹੋ ਜਿਹੇ ਰਿਸਰਚ ਇੰਜਨ ਨੇ ਸਾਡੇ ਕੋਲ, ਚੀਜ਼ ਪਾਓ, ਕਲਿੱਕ ਕਰੋ, ਰਾਈਟ ਵੇ ਤੁਹਾਡੇ ਸਾਹਮਣੇ ਹੋਏਗਾ। ਤੁਸੀਂ ਇਹ ਕਰਕੇ ਦੇਖਿਓ ਕਿ ਕੋਈ ਵੀ ਜਿਹੜਾ ਕੰਪਾਈਲਡ ਤੇ ਖਾਸ ਕਰਕੇ ਆਡਿਟ ਕੀਤੀ ਹੋਈ, ਮਤਲਬ ਇੱਕ ਤਰ੍ਹਾਂ ਦੇ ਨਾਲ ਜਿਹੜਾ ਇਹ ਕਲਚਰ ਹੈ ਕਿ ਕਿਸੇ ਇੱਕ ਨਹੀਂ ਕਈਆਂ ਲਿਖਾਰੀਆਂ ਦੁਆਰਾ, ਕਈਆਂ ਰਚਨਾਕਾਰਾਂ ਦੁਆਰਾ ਰਚੀ ਗਈ ਰਚਨਾ ਨੂੰ ਇੱਕ ਜਗ੍ਹਾ ਤੇ ਕੰਬਾਈਨ ਕਰਨ ਦਾ ਕਲਚਰ ਕਦੋਂ ਆਉਂਦਾ ਹੈ? ਯੂਰਪ ਦੇ ਵਿੱਚ ਬੜਾ ਰੀਸੈਂਟਲੀ ਹੈ ਕਿ ਨਹੀਂ ਕੁਝ ਬੰਦੇ ਕਲੈਕਟਿਵ ਵੇ ਦੇ ਨਾਲ ਵੀ ਕੁਝ ਇਨਫੋਰਮੇਸ਼ਨ, ਕੁਝ ਗਿਆਨ ਵੰਡ ਸਕਦੇ ਨੇ। ਤੇ ਉਹਦੇ ਵਿੱਚ ਵੀ ਕਈ ਵਾਰੀ ਇਹ ਡਰ ਲੱਗਾ ਰਹਿੰਦਾ, ਨੋ ਜੇ ਅਸੀਂ ਇਸ ਕਿਸਮ ਦੀ ਕਲੈਕਸ਼ਨ ਕਰਾਂਗੇ ਤੇ ਉਹਦੇ 'ਚ ਕੀ ਹੋਏਗਾ, ਇਹਨੂੰ
ਥੱਲੇ ਰੱਖਿਆ ਜਾਏਗਾ, ਇਹਨੂੰ ਵੱਡਾ ਕਰਤਾ ਜਾਏਗਾ, ਇਹ ਦਬਾ ਦਿੱਤਾ ਜਾਏਗਾ, ਇਹਦੀ ਜਿਹੜੀ ਹੋ ਸਕਦਾ ਇੰਟੈਲੈਕਚੁਅਲ ਪ੍ਰਾਪਰਟੀ ਗੁੰਮ ਹੋ ਜਾਏਗੀ। ਇਸ ਕਿਸਮ ਦਾ ਡਰ ਹਮੇਸ਼ਾ ਰਹਿੰਦਾ ਹੈ। ਜੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਦੇਖਦੇ ਹੋ, ਜਿਤਨੇ ਬਾਣੀਕਾਰ ਨੇ, ਜਿਵੇਂ ਮਾਲਾ ਦੇ ਵਿੱਚ ਮੋਤੀ ਪਰੋਏ ਹੁੰਦੇ ਨੇ ਨਾ, ਐਨ ਬਿਲਕੁਲ ਕੋਈ ਬਿਲਕੁਲ ਇਕੱਠੇ ਸਾਰੇ। ਪਰ ਜੋ ਤੁਸੀਂ ਪੜ੍ਹਦੇ ਹੋ, ਈਵਨ ਦੇਖੋ ਨਾਨਕ ਮੋਹਰ ਦੇ ਨਾਲ ਸਾਰੀ ਬਾਣੀ ਹੈ, 6 ਦੇ 6 ਪਾਤਸ਼ਾਹ ਦੀ। ਤੁਸੀਂ ਸ਼ਬਦ ਗੁਰੂ ਅਮਰਦਾਸ ਸਾਹਿਬ ਦਾ ਪੜ੍ਹ ਰਹੇ ਹੋ, ਤੁਸੀਂ ਸ਼ਬਦ ਗੁਰੂ ਅਰਜਨ ਸਾਹਿਬ ਦਾ ਪੜ੍ਹ ਰਹੇ ਹੋ, ਗੁਰੂ ਤੇਗ ਬਹਾਦਰ ਸਾਹਿਬ ਦਾ ਪੜ੍ਹ ਰਹੇ ਹੋ, ਗੁਰੂ ਨਾਨਕ ਸਾਹਿਬ ਦਾ ਪੜ੍ਹ ਰਹੇ ਹੋ, ਸਮਾਪਤੀ ਨਾਨਕ ਦੀ ਮੋਹਰ ਨਾਲ ਹੋਏਗੀ। ਪਰ ਫਿਰ ਵੀ ਇੱਕ ਕਿਊਰੀਅਸ ਲੈਵਲ ਹੁੰਦਾ ਆ, ਅੱਛਾ ਨਾਨਕ ਤੇ ਨਾਮ ਹੈਗਾ ਹੈ, ਪਰ ਕਿਹੜੇ ਜਾਮੇ 'ਚ ਉਚਰਿਤ ਕੀਤਾ ਹੈ? ਉੱਤੇ ਲਿਖਿਆ ਮਿਲੇਗਾ ਤੁਹਾਨੂੰ, ਮਹਲਾ ਪਹਿਲਾ, ਮਹਲਾ ਦੂਜਾ, ਮਹਲਾ ਤੀਜਾ, ਐ ਡਿਸਟਿੰਗੁਇਸ਼ ਕਰਕੇ ਬਿਲਕੁਲ। ਫਿਰ ਬਕਾਇਦਾ ਹੋਰ ਸਿਰਨਾਵੇਂ ਟਾਈਟਲ ਦੇ ਕੇ ਉਹਦੇ 'ਚ ਰਾਗ ਦਰਜ ਕਰਕੇ, ਉਹਦੇ ਵਿੱਚ ਜਿਸ ਤਰੀਕੇ ਨਾਲ ਇਸ ਨੂੰ ਰਿਦਮ ਤਾਲ, ਇਸ ਨੂੰ ਜਿਹੜਾ ਰਿਦਮ ਦੇ ਕਿਹਦੇ 'ਚ ਗਾਉਣਾ ਘਰ ਦੇ ਕੇ, ਫਿਰ ਕੱਲਾ ਇਹ ਨਹੀਂ ਗਾ, ਭਗਤ ਬਾਣੀਕਾਰ, ਗੁਰਸਿੱਖ ਬਾਣੀਕਾਰ, ਐਨ ਬਿਲਕੁਲ ਉਸ ਸਾਰੇ ਰੂਪ ਦੇ 'ਚ। ਇਹ ਨੇ ਗੁਰੂ ਅਰਜਨ ਸਾਹਿਬ, ਐਸੀ ਸ਼ਖਸੀਅਤ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ, ਜਿਹਨੂੰ ਅਸੀਂ ਜਿਹੜਾ ਹੈਗਾ ਮਿਡੀਵਲ ਪੀਰੀਅਡ ਕਹਿੰਦੇ ਹੈਗੇ ਆ, ਕਿ ਇਹ ਥੋੜ੍ਹਾ ਪਿਛੋਕੜ ਦਾ ਮੱਧਕਾਲੀ ਸਮਾਂ ਹੈ, ਜਿਹਦੇ 'ਚ ਸ਼ਾਇਦ ਇਹਦੀ ਬਾਤ ਵੀ ਨਾ ਕੀਤੀ ਜਾਏ। ਜਿਵੇਂ ਯੂਰਪ ਦੇ 'ਚ ਇੱਕ ਲੰਮਾ ਸਮਾਂ ਬਹਿਸ ਰਹੀ, ਜਿਹੜਾ ਮਾਡਰਨ ਟਾਈਮ ਹੈ, ਮਾਡਰਨ ਐਰਾ ਆ, ਇਸ ਨੂੰ ਕਦੋਂ ਤੋਂ ਸ਼ੁਰੂ ਮੰਨਿਆ ਜਾਏ। ਕਿਸੇ ਨੇ ਕਿਹਾ ਜਦੋਂ ਕਲੋਨੀਅਲਿਜ਼ਮ ਸ਼ੁਰੂ ਹੋਇਆ ਉਦੋਂ ਕਹਿ ਲਓ, ਕਿਸੇ ਨੇ ਬਹਿਸ ਕੀਤੀ ਨਹੀਂ ਜਦੋਂ ਇੰਡਸਟਰੀਲਾਈਜੇਸ਼ਨ ਹੋਣੀ ਸ਼ੁਰੂ ਹੋਈ ਉਦੋਂ ਦੀ ਗੱਲ ਕਰ ਲਓ, ਕਿਸੇ ਨੇ ਕਿਹਾ ਨਹੀਂ ਜਦੋਂ ਗਲੋਬਲਾਈਜੇਸ਼ਨ ਹੋਈ, ਜਦੋਂ ਬੜੇ ਵੱਡੇ ਲੈਵਲ 'ਤੇ ਇੱਧਰ ਉੱਧਰ ਜਾਣਾ ਆਉਣਾ ਹੋਇਆ ਉਦੋਂ। ਅਖੀਰ ਫਿਰ ਵੱਡੇ ਲੈਵਲ 'ਤੇ ਜਿਤਨੇ ਵੀ ਯੂਰੋਸੈਂਟਰਿਕ ਸਕਾਲਰ ਸੀਗੇ, ਉਹਨਾਂ ਨੇ ਇਸ ਗੱਲ ਦੇ ਉੱਤੇ ਲਿਆਂਦਾ ਕਿ ਨਹੀਂ ਐਕਚੁਅਲੀ ਮਾਡਰਨ ਐਰਾ ਉਦੋਂ ਤੋਂ ਸ਼ੁਰੂ ਮੰਨੋ ਜਦੋਂ ਐਜੂਕੇਸ਼ਨ, ਸ਼ਬਦ, ਅੱਖਰ, ਇਹਨੂੰ ਲੋਕਾਂ ਨੇ ਵੈਲਿਊ ਕਰਨਾ ਸ਼ੁਰੂ ਕੀਤਾ। ਜਦੋਂ ਇਸ ਲੈਵਲ 'ਤੇ ਆਵਾਂਗੇ ਤੇ ਫਿਰ ਅਜੇ ਸਾਰਾ ਵਰਲਡ ਜਿਹੜਾ ਆ ਸਪਿਰਿਚੁਅਲ ਸਾਈਡ 'ਤੇ ਓਨਾ ਇਨਲਾਈਟਡ ਨਹੀਂ ਹੈਗਾ ਜਿੰਨੀ ਇਨਲਾਈਟਮੈਂਟ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਉਸ ਸਮੇਂ ਦੇ ਵਿੱਚ। ਅੱਜ ਵੀ ਜਦੋਂ ਕੋਈ ਸਪਿਰਿਚੁਅਲਿਟੀ ਦੀ ਗੱਲ ਕਰਦਾ ਆ, ਸਪਿਰਿਚੁਅਲ ਕਿਸੇ ਨੂੰ ਲੀਡ, ਕਿਸੇ ਦੀ ਲੀਡਰਸ਼ਿਪ ਨੂੰ ਕਬੂਲਣ ਦੀ ਗੱਲ ਕਰਦਾ, ਕੋਈ ਲੀਡ ਸੋਰਸ ਲੱਭਦਾ ਆ, ਤੇ ਉਹਦੇ ਵਿੱਚ ਉਹ ਹਮੇਸ਼ਾ ਬੰਦੇ ਦੇ ਮਗਰ ਭੱਜਦਾ ਆ। ਇਹ ਮਹਾਰਾਜ ਦੀ ਬਖਸ਼ਿਸ਼ ਆ ਕਿਆ ਨਾ, ਅਸਲ ਵਿੱਚ ਲੀਡਿੰਗ ਰੂਪ ਵਿੱਚ ਗੁਰਬਾਣੀ, ਗ੍ਰੰਥ, ਰਚਨਾ ਲੈ ਕੇ ਆਏ। ਫਿਰ ਹੋਰ ਦੇਖੋ, ਅੱਜ ਸਿੱਖਾਂ ਦਾ ਮਰਕਜ਼ੀ ਸਥਾਨ ਕਿਹੜਾ ਆ? ਦਰਬਾਰ ਸਾਹਿਬ। ਦਰਬਾਰ ਸਾਹਿਬ ਦੇਖੋ ਦੋ ਚੀਜ਼ਾਂ ਇਕੱਠੀਆਂ ਕਰਦੇ ਗੁਰੂ ਅਰਜਨ ਸਾਹਿਬ। ਇੱਕ ਪਾਸੇ ਪੋਥੀ ਪਰਮੇਸ਼ਰ ਕਾ ਥਾਨ, ਬਾਣੀ ਕੰਪਾਈਲ ਹੋ ਰਹੀ, ਆਡਿਟ ਹੋ ਰਹੀ, ਉਹ ਜਿਲਦਬੱਧ ਹੋ ਰਹੀ ਸਾਰੇ ਦੀ ਸਾਰੀ। ਦੂਸਰੇ ਪਾਸੇ ਇਸ ਬਾਣੀ ਨੂੰ ਜਿਸ ਜਗ੍ਹਾ ਤੇ ਡਿਸਪਲੇ ਕਰਨਾ ਆ, ਜਿਸ ਜਗ੍ਹਾ ਤੇ ਨੂੰ ਪ੍ਰਕਾਸ਼ਿਤ ਕਰਨਾ ਆ, ਉਹ ਸਥਾਨ ਬਣ ਰਿਹਾ ਕੌਲ ਦੇ ਫੁੱਲ ਦੀ ਤਰ੍ਹਾਂ ਤਲਾਬ ਵਿੱਚ ਖਿੜਿਆ ਹੋਇਆ ਇਸ ਰੂਪ ਦੇ ਵਿੱਚ। ਦੋਨੋਂ ਆਲਮੋਸਟ ਇੱਕੋ ਸਮੇਂ ਦੇ ਵਿੱਚ ਬਿਲਕੁਲ ਬਣ ਕੇ ਉਸ ਰੂਪ ਵਿੱਚ ਸੱਜ ਕੇ ਤਿਆਰ ਹੋ ਜਾਂਦੇ ਨੇ। ਫਿਰ ਉਹ ਦਿਨ ਆਉਂਦਾ ਹੈ ਜਿਸ ਦਿਨ ਗੁਰੂ ਅਰਜਨ ਸਾਹਿਬ ਇਹ ਰਚਨਾ ਗ੍ਰੰਥ ਸਾਹਿਬ ਆਦ ਗ੍ਰੰਥ ਦੇ ਰੂਪ ਵਿੱਚ ਮਾਨਵਤਾ ਨੂੰ ਤੋਹਫੇ ਦੇ ਵਜੋਂ ਦਿੰਦੇ ਨੇ। ਤੇ ਉਸ ਦਿਨ ਸਾਰੇ ਸੋਚਦੇ ਹਾਂ ਅੱਜ ਗੁਰੂ ਅਰਜਨ ਸਾਹਿਬ ਸਾਰੇ ਇਕੱਠ ਦੀ, ਸਾਰੇ ਜੋ ਸੰਗਤਾਂ ਦਾ ਹਜ਼ੂਮ ਹੈ, ਇਹਦੀ ਅਗਵਾਈ ਕਰਨਗੇ। ਮਹਾਰਾਜ ਕਹਿੰਦੇ ਨਾ, ਮਨੁੱਖਤਾ ਨੂੰ ਉਸ ਰਾਹ 'ਤੇ ਲੈ ਕੇ ਜਾਣਾ ਹੈ ਜਿੱਥੇ ਮਨੁੱਖਤਾ ਨੂੰ, ਜਿਹਨੂੰ ਕਹਿ ਲਓ ਕਿ ਸੈਲਫ ਇੰਪਾਵਰਮੈਂਟ, ਅੱਜ ਅਸੀਂ ਕਹਿੰਦੇ ਨਾ ਗੱਲ, ਫਰੀ ਕੰਟਰੀਜ਼ ਵਿੱਚ ਰਹਿ ਰਹੇ ਹਾਂ, ਫਰੀਡਮ ਹੈਗੀ ਏ ਭਾਈ। ਜਿਹੜੀ ਹਾਈਐਸਟ ਲੈਵਲ ਦੀ ਫਰੀਡਮ ਹੈ ਨਾ, ਬੰਦੇ ਨੂੰ ਸਪਿਰਿਚੁਅਲ, ਸਪਿਰਿਟ ਦੇ ਲੈਵਲ 'ਤੇ, ਸੈਕਰੇਟ ਲੈਵਲ 'ਤੇ, ਧਾਰਮਿਕ ਲੈਵਲ 'ਤੇ ਆਜ਼ਾਦ ਕਰ ਦਿਓ। ਅਦਰਵਾਈਜ਼ ਬੰਦਾ ਕਿਸੇ ਨਾ ਕਿਸੇ ਸੋਚ, ਬਲੀਵ ਸਿਸਟਮ, ਸੁਪਰਸਟੀਸ਼ੀਅਸ ਆਈਡੀਓਲੋਜੀ, ਕਿਸੇ ਨਾ ਕਿਸੇ ਇਸ ਚੀਜ਼ ਦੇ ਵਿੱਚ ਜਕੜਿਆ ਉਹਦਾ ਸਲੇਵ ਹੈ। ਜਦੋਂ ਬੰਦਾ ਉਸ ਲੈਵਲ 'ਤੇ ਆ ਜਾਏ, ਇੱਕ ਹੋਰ ਚੀਜ਼ ਮੈਂ ਕਹਿ ਦਿਆਂ ਨਾਲ ਇਹਦੇ, ਸਿੱਖੀ ਬਾਰੇ ਇੱਕ ਚੀਜ਼ ਚੇਤੇ ਰੱਖਿਆ ਜੇ, ਇਟਸ ਵੈਰੀ ਈਜ਼ੀ। ਸਿੱਖੀ ਇਜ਼ ਏ ਸੈਲਫ ਡੂ ਕਿਟ। ਵੰਸ you get some sort of connection toward ਸਿੱਖੀ, you're totally free, self do। ਤੁਸੀਂ ਕਿਸੇ ਤੇ ਵੀ ਡਿਪੈਂਡੈਂਟ ਨਹੀਂ ਹੈਗੇ। ਆਪਨ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਆ। ਮਹਾਰਾਜ ਕਹਿੰਦੇ ਸੈਲਫ ਡੂ ਕਿਟ। ਇਹ ਗੁਰੂ ਅਰਜਨ ਸਾਹਿਬ ਨੇ ਉਸ ਲੈਵਲ ਤੇ ਲਿਆਂਦਾ। ਮੈਂ ਕਿਹਾ ਯੁੱਗ ਪੁਰਸ਼ ਨੇ ਪੂਰੇ ਉਸ ਚੀਜ਼ ਨੂੰ ਉੱਥੇ ਲੈ ਆਏ। ਜਿਸ ਦਿਨ
ਦਰਬਾਰ ਸਾਹਿਬ ਦੇ ਵਿੱਚ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਕਰਨੀ ਹੈ, ਇਹ ਗੁਰੂ ਅਰਜਨ ਸਾਹਿਬ ਨੇ, ਕਿਰਪਾਲ ਸਿੰਘ ਚੰਡੀਗੜ੍ਹ ਵਾਲਿਆਂ ਦਾ ਬਣਾਇਆ ਹੋਇਆ ਤੁਸੀਂ ਪੋਰਟਰੇਟ ਕਦੀ ਦੇਖਿਆ ਹੋਏ, ਬਾਬਾ ਬੁੱਢਾ ਜੀ ਖੜੇ ਨੇ, ਹੋਰ ਹਸਤੀਆਂ ਸਾਰੀਆਂ ਖੜੀਆਂ ਨੇ, ਤੇ ਗੁਰੂ ਅਰਜਨ ਸਾਹਿਬ ਉਸ ਪੋਥੀ ਪਰਮੇਸ਼ਰ ਕਾ ਥਾਨ, ਉਸ ਗ੍ਰੰਥ ਸਾਹਿਬ ਨੂੰ, ਆਦਿ ਗ੍ਰੰਥ ਨੂੰ ਆਪਣੇ ਹੱਥਾਂ ਨਾਲ ਇਸ ਤਰੀਕੇ ਨਾਲ ਚੁੱਕਦੇ ਨੇ, ਮੱਥੇ ਨੂੰ ਲਾਉਂਦੇ ਨੇ ਤੇ ਲਾ ਕੇ ਬਾਬਾ ਬੁੱਢਾ ਜੀ ਦੇ ਸੀਸ ਤੇ ਰੱਖ ਦਿੰਦੇ ਨੇ। ਤੇ ਬਾਬਾ ਬੁੱਢਾ ਜੀ ਕਹਿੰਦੇ ਠੀਕ ਹੈ ਜੀ, ਉਹਨਾਂ ਨੇ ਸੀਸ ਤੇ ਸੰਭਾਲ ਲਿਆ। ਹੁਣ ਬਾਬਾ ਬੁੱਢਾ ਜੀ ਖੜੇ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਚਲੋ ਪ੍ਰਸਥਾਨ ਕਰੋ, ਹੁਣ ਅਗਵਾਈ ਕਰੋ, ਲੈਟਸ ਪ੍ਰੋਸੀਡ, ਚਲੋ ਵਾਕ ਕਰਨਾ ਸ਼ੁਰੂ ਕਰੋ ਦਰਬਾਰ ਸਾਹਿਬ ਵਾਲੇ ਪਾਸੇ। ਤੇ ਬਾਬਾ ਬੁੱਢਾ ਜੀ ਕਹਿੰਦੇ ਪਾਤਸ਼ਾਹ ਤੁਹਾਡੇ ਪਿੱਛੇ ਚੱਲਾਂਗੇ, ਤੁਸੀਂ ਚਲੋ ਅਗਵਾਈ ਕਰੋ। ਗੁਰੂ ਅਰਜਨ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਨਾ ਬਾਬਾ ਜੀ, ਜਿੰਨੇ ਅਗਵਾਈ ਕਰਨੀ ਹੈ ਉਹ ਤੁਹਾਡੇ ਸੀਸ ਤੇ ਸਥਾਪਿਤ ਹੈ, ਅੱਗੇ ਲੱਗੋ। ਮੈਂ ਕਈ ਵਾਰੀ ਬੇਨਤੀ ਕਰਦਾ, ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਨਾ ਟੇਕੀਏ, ਕਿਉਂ ਨਾ ਸਿਜਦਾ ਕਰੀਏ, ਕਿਉਂ ਨਾ ਇਸ ਰਚਨਾ ਇਹਨੂੰ ਤੇ ਗੁਰੂ ਅਰਜਨ ਸਾਹਿਬ ਨੇ ਉਸ ਲੈਵਲ ਤੇ ਸਥਾਪਿਤ ਕੀਤਾ ਹੈ ਆਪਣੇ ਹੱਥਾਂ ਨਾਲ, ਆਪਣੇ ਕਰ ਕਮਲਾਂ ਦੇ ਨਾਲ। ਫਿਰ ਚੌਰ ਬਰਦਾਰ ਜਿਹੜਾ ਗੁਰੂ ਅਰਜਨ ਸਾਹਿਬ ਦੀ ਤਾਬਿਆਂ ਵਿੱਚ ਖੜਾ, ਉਹਦੇ ਕੋਲੋਂ ਮਹਾਰਾਜ ਚੌਰ ਆਪ ਫੜਦੇ ਨੇ, ਉਹ ਹੱਥ ਦੇ ਵਿੱਚ ਚੌਰ ਫੜ ਕੇ, ਚੌਰ ਇਜ਼ ਦਾ ਸਿੰਬਲ ਆਫ ਸੋਵਰੈਨਿਟੀ, ਚੌਰ ਇਜ਼ ਦਾ ਸਿੰਬਲ ਆਫ ਪਾਤਸ਼ਾਹਤ, ਜਿਹੜੀ ਜਿਹਨੂੰ ਕਹਿ ਲਓ ਕਿ ਲਾਰਡਸ਼ਿਪ ਜਿਹੜੀ ਹੁੰਦੀ ਹੈ। ਹੁਣ ਉਹਦੇ 'ਚ ਉਸ ਸਿੰਬਲ ਨੂੰ, ਉਸ ਚੀਜ਼ ਨੂੰ ਆਪਣੇ ਹੱਥਾਂ 'ਚ ਫੜ ਕੇ ਬਾਬਾ ਬੁੱਢਾ ਜੀ ਅੱਗੇ ਤੁਰਦੇ ਨੇ, ਗੁਰੂ ਅਰਜਨ ਸਾਹਿਬ ਆਦਿ ਗ੍ਰੰਥ ਸਾਹਿਬ ਦੇ ਉੱਤੇ ਚੌਰ ਕਰਦੇ ਨੇ, ਜਾ ਕੇ ਦਰਬਾਰ ਸਾਹਿਬ ਸਥਾਪਿਤ ਕਰਾਉਂਦੇ ਨੇ। ਇਹ ਨੇ ਯੁੱਗ ਪੁਰਸ਼। ਸਿੱਖਾਂ ਦੇ ਬਾਬਤ ਅੱਜ ਵੀ ਜਿਹੜੀ ਯੂਰਪੀਅਨ ਜਾਂ ਯੂਰੋਸੈਂਟਰਿਕ ਐਜੂਕੇਸ਼ਨਲ ਸਿਸਟਮ ਹੈਗਾ, ਉਹ ਬਹੁਤ ਨਾਵਾਕਫ ਹੈ, ਬਹੁਤ ਨਾਵਾਕਫ ਹੈ। ਇੱਕ ਤਾਂ ਚੀਜ਼ ਇਹ ਹੈਗੀ ਹੈ ਕਿ ਜਿਹੜੀ ਉਹਨਾਂ ਦੀ ਥਿਓਲੋਜੀਕਲ ਸਿਸਟਮ ਆ, ਉਹਨੂੰ ਉਹਦੇ ਲਈ ਇਸ ਚੀਜ਼ ਨੂੰ ਵੈਲੂਏਟ ਕਰਨਾ, ਸਮਝਣਾ ਬਹੁਤ ਹਾਰਡ ਹੈ, ਕਿਉਂਕਿ ਇਹ ਜਿਹੜੀ ਚੀਜ਼ ਆ ਇਹ ਪ੍ਰੋਫਿਟਿਜ਼ਮ ਤੋਂ ਬਹੁਤ ਪਰੇ ਵੱਡੀ ਗੱਲ ਹੈ। ਇੱਥੇ ਕੋਈ ਉਹੋ ਜਿਹੀ ਗੱਲ ਨਹੀਂ ਹੈ। ਦੂਸਰਾ, ਜਿਹੜਾ ਸਕ੍ਰਿਪਚਰ ਦੇ ਨਾਲ ਨਾਤਾ ਉਹਨਾਂ ਦਾ ਆ, ਉਹ ਨਾਤਾ ਸਾਡਾ ਨਹੀਂਗਾ। ਹਾਲਾਂਕਿ ਜਦੋਂ ਅਸੀਂ ਇੰਗਲਿਸ਼ ਲੈਂਗੁਏਜ 'ਚ ਆਉਂਦੇ ਹਾਂ, ਵੀ ਹੈਵ ਵੈਰੀ ਲਿਮਿਟਿਡ ਕਾਈਂਡ ਆਫ interpretation or explanation, because we don't have that much you can say ground to play in terminologies in world side. But still, if we really want to put in words, then we use these words. Guru Granth Sahib is a living corporate master for us. ਇਹ ਸਾਡੀ ਜਾਗਤ ਜੋਤ ਸਤਿਗੁਰੂ ਹੈ। ਤੇ ਜਦੋਂ ਜਾਗਤ ਜੋਤ ਸਤਿਗੁਰੂ ਦੀ ਬਾਤ ਕਰਦੇ ਹਾਂ ਅਸੀਂ, ਇਹਦਾ ਮਤਲਬ ਇਹ ਹੈ ਅਸੀਂ ਆਪਣੇ ਵਿਸ਼ਵਾਸ ਦੇ ਰੂਪ ਦੇ ਵਿੱਚ ਇਤਨੀ ਪਰਿਪੱਕਤਾ ਦੇ ਨਾਲ ਇਸ ਗ੍ਰੰਥ ਸਾਹਿਬ ਨੂੰ ਜਦੋਂ ਸਵੇਰੇ ਉੱਠ ਕੇ ਇਸ ਤਰੀਕੇ ਨਾਲ ਖੋਲ੍ਹਦੇ ਹਾਂ, we never say we're opening our source of scripture. No, we have very specific word ਕਿ ਅਸੀਂ ਪ੍ਰਕਾਸ਼ ਕਰ ਰਹੇ ਹਾਂ। ਮੇਨ ਜਿਹੜੀ ਜੀਵਨ ਦੀ ਲਾਈਟਮੈਂਟ ਹੈ, ਜਿਹੜੀ ਰੌਸ਼ਨੀ ਹੈ, ਰੌਸ਼ਨ ਦਿਮਾਗ ਹੋਣ ਦੀ ਗੱਲ ਹੈ, ਉਹਦਾ ਸੋਰਸ ਇਹ ਹੈ, ਇਹਦੇ ਵਿੱਚੋਂ ਹੀ ਮਿਲਣੀ ਹੈ ਸੋਰਸ ਦਾ। ਇਹ ਕਲਚਰ ਪੈਦਾ ਕੀਤਾ ਤੇ ਇਹਦਾ ਜੋ ਮੈਂ ਫਿਰ ਬੇਨਤੀ ਕਰਦਾ ਹਾਂ, ਮੁਸ਼ਕਲਾਂ ਤਕਲੀਫਾਂ ਹਰ ਚੀਜ਼ ਲੰਘਦਿਆਂ ਹੋਇਆਂ, ਜੇ ਅੱਜ ਤੁਸੀਂ ਸਿੱਖੀ ਦੇ ਅਹਿਸਾਸ ਨੂੰ, ਐਸੈਂਸ ਨੂੰ ਥੋੜ੍ਹਾ ਬਹੁਤਾ ਮਾਣ ਰਹੇ ਹੋ ਨਾ, ਇਸ ਐਕਸਰਸਾਈਜ਼ ਕਰਕੇ ਹੈ ਸਾਰਾ ਕੁਛ। ਅਦਰਵਾਈਜ਼ ਦੁਨੀਆ ਦੀ ਭੀੜ ਦੇ ਵਿੱਚ ਜਿਵੇਂ ਧਰਮ 'ਚ ਕਲਟ ਬਣ ਚੁੱਕਾ ਆ, ਅਸੀਂ ਵੀ ਗਵਾਚ ਜਾਣਾ ਸੀਗਾ। ਐਂਡ ਅਗੇਨ ਸਮਟਾਈਮ ਪੀਪਲ ਥਿੰਕ ਇਟਸ ਟੂ ਗੁੱਡ ਟੂ ਬਿਲੀਵ ਕਿ ਐਵੇਂ ਵੀ ਹੋ ਸਕਦਾ ਆ ਕਿ ਲੋਕ, ਜਿਵੇਂ ਸਪੋਜ਼ ਕਰੋ ਪਿੱਛੇ ਕੋਵਿਡ ਹੋਇਆ, ਉੱਥੇ ਕਰੋਨਾ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ ਲੋਕਾਂ ਨੇ ਦਰਿਆਵਾਂ 'ਚ ਸੱਟ ਦਿੱਤੀਆਂ। ਛੱਡੋ, ਹਾਲਾਂਕਿ ਮੰਨਿਆ ਜਾਂਦਾ ਸੀਗਾ ਉਹ ਖਿੱਤਾ ਬੜੇ ਰਿਚੁਅਲ ਦੇ ਨਾਲ ਜੁੜਿਆ ਹੋਇਆ ਆ, ਬੰਦੇ ਦਾ ਮਰਨਾ ਉੱਥੇ ਮਰਨਾ ਨਹੀਂ ਹੁੰਦਾ, ਬੜੇ ਵੱਡੇ ਰਿਚੁਅਲਿਸਟਿਕ ਲੈਵਲ 'ਤੇ ਜਾਣਾ ਜਾਂਦੇ ਨੇ ਲੋਕ, ਫਿਰ ਉਹਦਾ ਦਹਿ ਸਸਨ ਕਰਦੇ ਨੇ, ਦਾਹ ਸੰਸਕਾਰ ਕਰਦੇ ਨੇ। ਫਿਰ ਇਕੱਲਾ ਇਹ ਨਹੀਂਗਾ, ਉਹਦੀ ਫਿਰ ਮਟੀ ਬਣਾਉਂਦੇ ਨੇ, ਪਿੱਤਰ ਬਣਾਉਂਦੇ ਨੇ, ਪੂਜਦੇ ਨੇ, ਉਹਦੇ ਪਿੰਡ ਭਰਦੇ ਨੇ, ਉਹਦੇ ਸਰਾਧ ਕਰਦੇ। ਕਿੰਨੀ ਲੰਮੀ ਚੌੜੀ ਪੂਰੀ ਦੀ ਪੂਰੀ ਉਹ ਪੂਰਾ ਪ੍ਰੋਸੈਸ਼ਨ ਹੈਗਾ। ਉੱਥੇ ਕੀ ਹੋਇਆ, ਜਦੋਂ ਵਬਾ ਆਈ ਇਸ ਲੈਵਲ 'ਤੇ, ਉਹਨਾਂ ਕਿਹਾ ਛੱਡੋ ਪਰਾਂ,
ਆਪੋ ਆਪਣਾ ਬਚਾਓ, ਸੱਟੋ ਇਹਨੂੰ ਦਰਿਆ 'ਚ, ਨਿਕਲੋ ਇੱਥੋਂ। ਇੱਕ ਤਾਂ ਚੀਜ਼ ਇਹ ਹੋ ਗਈ। ਦੂਸਰੇ ਪਾਸੇ ਇਹ ਦੇਖਿਆ ਲੋਕਾਂ ਨੇ ਕਿ ਉਸ ਤੇ ਹੀ ਲੇਮੈਨ ਕਮਿਊਨਿਟੀ ਦੇ ਵਿੱਚੋਂ ਆ ਰਹੇ ਲੋਕ ਜਿਹੜੇ ਕਿਤੇ ਲੰਗਰ ਲਾ ਰਹੇ ਨੇ, ਕਿਤੇ ਆਕਸੀਜਨ ਪ੍ਰੋਵਾਈਡ ਕਰ ਰਹੇ ਨੇ, ਕਿਤੇ ਸਾਰਾ ਕੁਛ, ਤੇ ਇਹ ਸਾਰਾ ਕੁਝ ਇਨਕਾਰਪੋਰੇਟ ਹੈ ਉਹਨਾਂ ਦੇ ਵਿੱਚ। ਇਹ ਨਹੀਂ ਗਾ ਕਿ ਉਹ ਕਿਤੋਂ ਬਾਹਰੋਂ ਸਿੱਖ ਸਿਖਾ ਕੇ ਜਾਂ ਵਿਖਾਵੇ ਵਾਸਤੇ, ਸ਼ੋਅ ਵਾਸਤੇ। ਨੋ, ਇਟਸ ਕਮਿੰਗ ਫਰੋਮ ਵੈਰੀ ਡੀਪ ਲੈਵਲ ਤੋਂ ਅੰਦਰੋਂ ਆ ਰਿਹਾ ਹੈਗਾ। ਇਹ ਤਾਂ ਆ ਪਾ ਰਿਹਾ ਹੈ ਕਿਉਂਕਿ ਗੁਰੂ ਸਾਹਿਬ ਨੇ ਇਹ ਜੀਵਨ ਜਾਚ, ਇਹ ਸਿੱਖਿਆ ਇਸ ਗ੍ਰੰਥ ਬਾਣੀ ਦੇ ਜ਼ਰੀਏ ਪ੍ਰਕਾਸ਼ ਕਰਕੇ ਸੋਝੀ ਦੇ ਰੂਪ ਵਿੱਚ ਸਾਨੂੰ ਬਖਸ਼ੀ। ਅਸੀਂ ਜਨਰੇਸ਼ਨਸ ਤੋਂ ਇਹਦੇ ਅੰਦਰ ਉਸ ਰੂਪ ਵਿੱਚ ਆ ਰਹੇ ਹਾਂ। ਇਸ ਚੀਜ਼ ਦੀ ਸ਼ੁਰੂਆਤ ਗੁਰੂ ਅਰਜਨ ਸਾਹਿਬ ਆਪਣੇ ਸਮੇਂ ਦੇ ਵਿੱਚ ਉਦੋਂ ਕਰਾਉਂਦੇ ਜਦੋਂ ਗ੍ਰੰਥ ਸਾਹਿਬ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਪੀੜਾ ਸਾਹਿਬ ਦੇ ਉੱਤੇ ਜਾ ਕੇ ਰੱਖੇ ਜਾਂਦੇ। ਬਾਬਾ ਬੁੱਢਾ ਜੀ ਉਸ ਲੱਗੇ ਹੋਏ ਆਸਨ ਤੋਂ, ਪੀੜੇ ਸਾਹਿਬ ਤੋਂ ਆਪ ਉੱਠ ਕੇ ਸਾਈਡ 'ਤੇ ਹੋਣ ਲੱਗਦੇ ਅਤੇ ਗੁਰੂ ਅਰਜਨ ਸਾਹਿਬ ਆਵਾਜ਼ ਦੇ ਕੇ ਕਹਿੰਦੇ, ਨਾ ਬਾਬਾ ਜੀ ਜਾਣਾ ਨਹੀਂ, ਇੱਥੇ ਹੀ ਬੈਠਣਾ ਆ। ਕਹਿਣ ਲੱਗੇ, ਮਹਾਰਾਜ ਸੰਗਤਾਂ ਨੂੰ ਮੁਖਾਤਿਬ ਹੋਣਾ ਆ, ਐਡਰੈਸ ਕਰਨਾ ਆ, ਤੁਸੀਂ ਕਰੋ ਨਾ, ਇੱਥੇ ਸਟੇਜ 'ਤੇ ਮੇਨ ਹੈ, ਸਾਰੀ ਸੰਗਤ ਇਹਦੇ ਵੱਲ ਦੇਖ ਰਹੀ ਹੈ। ਗੁਰੂ ਅਰਜਨ ਸਾਹਿਬ ਥੱਲੇ ਸਥਾਪਿਤ ਹੁੰਦੇ ਅਤੇ ਕਹਿੰਦੇ, ਸਾਡੇ ਗ੍ਰੰਥਾਂ ਦੇ ਬਚਨ ਇਹ ਨੇ, ਸਾਡੇ ਹਿਸਟੋਰੀਕਲ ਰਿਸੋਰਸ ਦੇ ਬਿਆਨ ਕਰਦੇ। ਗੁਰੂ ਅਰਜਨ ਸਾਹਿਬ ਕਹਿੰਦੇ, ਬਾਬਾ ਬੁੱਢਾ ਖੋਲੋ ਗ੍ਰੰਥ, ਖੋਲੋ ਇਹਨਾਂ ਨੂੰ, ਲੈ ਆਵਾਜ਼ ਸੁਣੇ ਸਭ ਪੰਥ। ਆਵਾਜ਼ਾਂ ਕਹਿੰਦੇ ਹਾਂ ਅਸੀਂ, ਹੁਕਮਨਾਮਾ ਜਿਹੜਾ ਨਾ ਪੰਜਾਬੀ ਦਾ ਵਰਡ ਆਵਾਜ਼ਾਂ ਹੈ। ਭਾਈ ਅੱਜ ਦਾ ਆਵਾਜ਼ਾਂ ਕੀ, ਆਵਾਜ਼ ਕੀ ਹੈ? ਲੈ ਆਵਾਜ਼। ਅਸੀਂ ਬਚਨ ਪੜ੍ਹੀ ਗੁਰਬਾਣੀ 'ਚ, ਗੁਰ ਰਸਨਾ ਅੰਮ੍ਰਿਤ ਬੋਲਦੀ, ਹਰਸਨਾ ਨਾਮ ਸੁਹਾਵੀ। ਜੋ ਅਸੀਂ ਬਚਨ ਬਾਣੀ ਦੇ ਪੜ੍ਹਦੇ ਇੰਝ ਲੱਗਦਾ ਸਾਨੂੰ ਗੁਰੂ ਕਾ ਹੁਕਮ, ਗੁਰੂ ਕਾ ਬਚਨ ਆ ਰਿਹਾ, ਗੁਰੂ ਕੀ ਰਸਨਾ ਬੋਲ ਰਹੀ ਹੈ। ਗੁਰੂ ਆਪਣੇ ਆਪ ਨੂੰ, ਆਪਣੀ ਹਸਤੀ ਨੂੰ ਗ੍ਰੰਥ ਤੇ ਬਾਣੀ ਵਿੱਚ ਮਰਜ ਕਰ ਰਿਹਾ ਇਸ ਰੂਪ ਦੇ ਵਿੱਚ। ਇੱਕ ਤੇ ਹੈ ਗੁਰੂ ਅਰਜਨ ਸਾਹਿਬ ਦੀ ਪਰਸਨੈਲਿਟੀ ਨੂੰ ਵੇਖਣਾ ਇਸ ਰੂਪ ਦੇ ਵਿੱਚ। ਹੁਣ ਦੂਸਰਾ ਆ ਜਾਈਏ, ਦੇਖੋ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦੇ ਵਿੱਚ ਮਨੁੱਖਤਾ ਨੂੰ ਜਿਉਣ ਦੀ ਜਾਚ ਸਿਖਾਈ ਗਈ, ਮਨੁੱਖਤਾ ਨੂੰ ਡਿਸਿਪਲਿਨ ਸਿਖਾਇਆ ਗਿਆ, ਮਨੁੱਖਤਾ ਨੂੰ ਅਸੂਲਾਂ ਦੇ ਉੱਤੇ ਚੱਲਣ ਦੀ ਬਾਤ ਸਿਖਾਈ ਗਈ। ਜਿਸ ਖਿੱਤੇ ਦੇ ਵਿੱਚ ਇਹ ਹਾਲਤ ਹੋਏ, ਖਾਣਾ ਪੀਣਾ ਧਰਮ ਹੈ। ਈਵਨ ਸਟਿਲ ਪੀਪਲ ਆਰ ਸੇਇੰਗ, oh, I cannot actually visit Gurdwara Sahib today. What happened? Because, I ate meat today. ਅੱਛਾ, ਅੱਜ ਵੀ ਮੈਂ ਖੁਦ ਸੁਣਦਾ ਇਹਨਾਂ ਚੀਜ਼ਾਂ। ਮੈਨੂੰ ਕਈ ਵਾਰੀ ਫੋਨ ਆ ਜਾਂਦੇ ਇਸ ਤਰੀਕੇ ਦੇ ਨਾਲ, ਇਹ ਭਾਈ ਸਾਹਿਬ ਜਿਹੜਾ ਹੈਗਾ ਆ, ਮੈਂ ਨਾ ਸਵੇਰੇ ਆਂਡਾ ਖਾ ਲਿਆ ਸੀਗਾ ਅਤੇ ਸ਼ਾਮੀ ਮੈਂ ਗੁਰਦੁਆਰਾ ਸਾਹਿਬ ਤੁਰ ਗਿਆ। ਕੀ ਹੋਇਆ ਭਾਈ? ਭਾਈ ਗੱਲ ਇਹ ਹੈ, ਥੋੜ੍ਹੇ ਜਿਹੇ ਉੱਪਰ ਉੱਠੋ, ਸੋਚੋ ਚੀਜ਼ਾਂ ਨੂੰ ਸਹੀ ਢੰਗ ਦੇ ਨਾਲ। ਗੁਰੂ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ ਅਸੀਂ, ਮਹਾਰਾਜ ਕਹਿੰਦੇ ਧਰਮ ਦਾ ਮਤਲਬ ਸਮਝੋ। ਇੱਥੇ ਈਵਨ ਅਜੇ ਤੱਕ ਵੀ, ਸੌਰੀ ਟੂ ਸੇ, ਕਿਸੇ 'ਤੇ ਕਟਾਖ ਨਹੀਂ ਗਾ। ਸਾਡੇ ਇੱਕ ਪਿਆਰੇ ਸੱਜਣ ਹੈਗੇ ਨੇ ਅਤੇ ਉਹ ਕੋਸਕੋ ਤੋਂ ਰੀਸੈਂਟਲੀ ਇੱਕ ਡੌਗ ਫੂਡ ਵਾਸਤੇ ਵੱਡਾ ਜਿਹੜਾ ਹੈਗਾ ਮੀਟ ਦਾ ਇੱਕ ਉਹ ਪੈਕਟ ਬਾਏ ਕਰ ਲਿਆ ਏ। ਅਤੇ ਬੇਟਾ ਉਹਨਾਂ ਦਾ ਉਹ ਬੜਾ ਪਿੱਕੀ ਹੈ, ਉਹ ਹਰ ਚੀਜ਼ ਨੂੰ ਬੜਾ ਧਿਆਨ ਨਾਲ ਪੜ੍ਹਦਾ। ਉਹ ਪੜ੍ਹ ਕੇ ਉਹ ਕਹਿੰਦਾ, ਡੈਡ ਨੋ, ਆਈ ਵਿਲ ਨੋਟ ਅਲਾਉ ਟੂ ਈਟ ਮਾਈ ਡੌਗ ਦਿਸ ਫੂਡ। ਉਹ ਕਹਿੰਦੇ ਵਾਟ? ਕਹਿੰਦੇ ਬਿਕੋਜ਼ ਇਟਸ ਰਿਟਨ ਹਲਾਲ ਹੇਅਰ। ਉਹ ਕਹਿੰਦਾ ਛੱਡ ਪਰਾਂ ਬੇਟਾ, ਇਹਦੇ 'ਚ ਕਿਹੜਾ ਫਰਕ ਪੈਂਦਾ, ਤੂੰ ਖਵਾ ਦੇ ਕੀ। ਉਹ ਕਹਿੰਦੇ ਨੋ ਇਟਸ ਹਲਾਲ ਦੇਅਰ, ਆਈ ਕੈਨ ਨਾਟ। ਉਹ ਮੈਨੂੰ ਫੋਨ ਕਰਕੇ ਪੁੱਛਦਾ, ਮੈਨੂੰ ਕਹਿੰਦਾ ਭਾਈ ਸਾਹਿਬ ਆਈ ਦਾ ਦੱਸੋ ਆ ਕੇ ਮਸਲਾ ਬਣ ਗਿਆ। ਹੁਣ ਮੈਨੂੰ ਕਹਿੰਦਾ ਖੋਲ ਲਿਆ ਡੱਬਾ, ਵਾਪਸ ਲੈ ਕੇ ਜਾ, ਇਸ ਤਰੀਕੇ ਦੇ ਨਾਲ। ਐਂਡ ਆਈ ਵਾਜ਼ ਰੀਡਿੰਗ ਗੁਰੂ ਗ੍ਰੰਥ ਸਾਹਿਬ ਬਾਣੀ। ਮੈਂ ਸੋਚਿਆ, ਦੇਖੋ ਗੁਰੂ ਸਾਹਿਬ ਦੀ ਬਾਣੀ ਪੜ੍ਹੋ। ਗੁਰੂ ਸਾਹਿਬ ਕਹਿੰਦੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਕਾਏ। ਹੁਣ ਹੱਕ ਹਲਾਲ ਦੀ ਗੱਲ ਜਿਹੜੀ ਹੈ ਉਹਨੂੰ ਸਮਝੋ, ਹਲਾਲ ਕੀ ਹੈ ਤੇ ਹਰਾਮ ਕੀ ਹੈ। ਉਸ ਖਿੱਤੇ ਦੇ ਵਿੱਚ ਜਿੱਥੇ ਖਾਣਾ ਪੀਣਾ ਇਹਦੇ ਉੱਤੇ ਧਰਮ ਸਾਰੇ ਦਾ ਸਾਰਾ ਖੜ ਗਿਆ ਸੀਗਾ, ਗੁਰੂ ਸਾਹਿਬ ਕਹਿੰਦੇ, ਓਏ ਮਨੁੱਖਤਾ ਦੇ ਵਿੱਚ ਰਹਿਣ ਵਾਲੇ ਮਨੁੱਖ ਲੋਕ, ਮੈਂ ਤੈਨੂੰ ਇਹ ਕਹਿ ਰਿਹਾ, ਉਹ ਬਸ਼ਰ, ਬਾਤ ਸੁਣ ਧਿਆਨ ਦੇ ਨਾਲ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇੱਕ ਸੂਰ ਖਾਣ ਨੂੰ ਜਿਹੜਾ ਹੈਗਾ ਉਹ ਕਹਿੰਦਾ ਨਾ ਪਾਪ ਆ। ਗਾਂ ਖਾਣ ਨੂੰ ਕਹਿੰਦਾ ਨਾ ਪਾਪ ਆ। ਇੱਕ ਗਾਂ ਪੂਜਣ ਨੂੰ ਪੁੰਨ ਮੰਨਦਾ, ਗਾਂ ਖਾਣ ਨੂੰ ਪੁੰਨ ਮੰਨਦਾ। ਅਜੀਬ ਹਾਲਤ ਆ। ਮਹਾਰਾਜ ਕਹਿੰਦੇ ਮਨੁੱਖਤਾ ਦੇ ਭਲੇ ਦੀ ਬਾਤ ਕਦੋਂ ਸੋਚੋਗੇ ਤੁਸੀਂ? ਪਰਾਏ ਹੱਕ ਖਾ ਰਹੇ ਹੋ, ਝੂਠ ਬੋਲ ਰਹੇ ਹੋ, ਕੂੜ ਦੇ ਵਿੱਚ ਜੀ ਰਹੇ ਹੋ। ਇਸ ਸਾਰੇ ਦੀ ਬਾਤ ਕੀਤੀ ਗੁਰੂ ਸਾਹਿਬ ਨੇ ਤੇ ਇਸ ਤੋਂ ਬਾਹਰ ਕੱਢਿਆ। ਫਿਰ ਜਦੋਂ ਆਪਾਂ ਸੱਚ ਦੇ ਰਾਹ 'ਤੇ ਤੁਰਾਂਗੇ ਤੇ ਫਿਰ ਇਹ ਵੀ ਸੱਚਾਈ ਹੈ ਭਈ ਝੂਠ ਡਰਾਏਗਾ, ਝੂਠ ਸਾਨੂੰ ਚੈਲੰਜ ਵੀ ਕਰੇਗਾ।
ਉਹ ਜਿੰਨਾ ਕੁ ਜ਼ੋਰ ਪਏਗਾ, ਕਿਤੇ ਮਲਕ ਭਾਗੋ ਬਣ ਕੇ ਆਏਗਾ। ਹੋ ਸਕਦਾ ਮਲਕ ਭਾਗੋ ਨੂੰ ਕੋਈ ਬਰਦਾਸ਼ਤ ਕਰ ਲੇ, ਕੋਈ ਟੋਲਰੇਟ ਕਰ ਲੇ, ਜਾਂ ਕੋਈ ਉਸ ਦੇ ਚੈਲੰਜ ਨੂੰ ਐਕਸੈਪਟ ਕਰ ਲੇ, ਪਰ ਹਮੇਸ਼ਾ ਮਲਕ ਭਾਗੋ ਬਣ ਕੇ ਨਹੀਂ ਆਏਗਾ। ਕਦੀ ਉਹ ਬਾਬਰ ਬਣ ਕੇ ਵੀ ਆਏਗਾ। ਦੈਨ ਡੈਫੀਨੇਟਲੀ ਜਦੋਂ ਬਾਬਰ ਬਣ ਕੇ ਆਏਗਾ, then there is no choice. You have to stand in front of that kind of challenge. That mean ਉੱਥੇ ਤੇ ਫਿਰ ਕੁਰਬਾਨੀ ਹੋਏਗੀ। ਜਾਂ ਅਸੀਂ ਇਸ ਤਰੀਕੇ ਨਾਲ ਬਚਨ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦੇ ਕਿ ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਹੁਣ ਆਹ ਜਿਹੜਾ ਰੂਪ ਆ ਸ਼ਬਦਾਂ ਵਿੱਚ ਪੜ੍ਹਿਆ ਜਾ ਰਿਹਾ ਹੈ, ਗਾਇਆ ਜਾ ਰਿਹਾ ਹੈ, ਇਹ ਚੀਜ਼ ਹੋ ਰਹੀ ਸਭ ਉਸ ਰੂਪ ਦੇ ਅੰਦਰ। ਇਹਦੀ ਹੁਣ ਇੰਪਲੀਮੈਂਟੇਸ਼ਨ ਦੀ ਵਾਰੀ ਆ ਗਈ ਹੈ। ਵਾਰੀ ਆ ਗਈ ਹੈ ਗੁਰੂ ਅਰਜਨ ਸਾਹਿਬ ਦੇ ਉਸ ਸਮੇਂ ਦੇ ਵਿੱਚ, ਜਦੋਂ ਅਕਬਰ ਗੱਦੀ ਤੋਂ ਉਤਰ ਰਿਹਾ ਹੈ, ਜਹਾਂਗੀਰ ਗੱਦੀ ਤੇ ਬੈਠ ਰਿਹਾ ਹੈ। ਜਿਹੜੀ ਇੱਕ ਫੋਰਸ ਆ, ਦੇਖੋ ਆਹੀ ਲੰਡਨ ਦੇ ਵਿੱਚ ਇੰਸੀਡੈਂਟ ਹੋਇਆ ਰੀਸੈਂਟਲੀ, ਜਿਹੜਾ ਕੱਟੜਵਾਦ ਆ, ਜਿਹਨੂੰ ਅਸੀਂ ਖਾਸ ਕਰਕੇ ਫਿਰਕਾ ਪ੍ਰਸਤੀ ਕਹਿੰਦੇ ਹਾਂ, ਜਿਹਨੂੰ ਅਸੀਂ ਬਹੁਤ ਡੀਪ ਲੈਵਲ 'ਤੇ ਬੰਦਾ ਆਰਥੋਡਾਕਸ ਹੋ ਜਾਏ, ਕੰਜ਼ਰਵੇਟਿਵ ਹੋ ਜਾਏ, ਬੰਦਾ ਇਸ ਲੈਵਲ 'ਤੇ ਚਲਾ ਜਾਏ ਕਿ ਉਹ ਕਹੇ ਕਿ ਬਿਲਕੁਲ ਫੈਨੈਟਿਕ ਵੀ me and myself, me and my ideology, that is the superior only. It should actually revive, it should survive, it should be here, nothing else. ਇਹ ਜਿਹੜਾ ਰੂਪ ਆ, ਇਹਦੇ ਕਈ ਵਣਗੀਆਂ ਨੇ। ਰੀਸੈਂਟਲੀ ਤੁਸੀਂ ਆਈਸਿਸ ਦਾ ਨਾਂ ਸੁਣਿਆ ਹੋਣਾ ਖੂਬ ਸਾਰਾ। ਇਸਲਾਮਿਕ ਸਟੇਟਸ ਵਾਲੇ ਜਿਹੜੇ ਸੀਗੇ, ਜੇ ਇਹਨਾਂ ਦੇ ਰੂਟਸ ਵਿੱਚ ਜਾਓਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਇਹ ਰੂਟਸ ਬਹੁਤ ਪੁਰਾਣੇ ਨੇ। ਕਾਜ਼ੀ ਬਾਕੀ ਬਿੱਲਾ ਇਹ ਈਰਾਨ ਦਾ ਸੀਗਾ, ਇਸ ਤੋਂ ਇੱਥੇ ਸ਼ੁਰੂਆਤ ਹੁੰਦੀ ਹੈ। ਅਤੇ ਇਹਦਾ ਇੱਕ ਸ਼ਾਗਿਰਦ ਇੰਡੀਆ ਦੇ ਵਿੱਚ ਹੋਇਆ, ਉਹਦਾ ਨਾਂ ਹੈ ਸ਼ੇਖ ਅਹਿਮਦ ਸਰਹੰਦੀ। ਇਹਦਾ ਮਕਬਰਾ ਸਰਹੰਦ ਵਿੱਚ ਬਣਿਆ ਹੈਗਾ। ਇਹ ਜਹਾਂਗੀਰ ਦਾ ਐਡਵਾਈਜ਼ਰ ਸੀਗਾ। ਇਸਨੇ ਬਕਾਇਦਾ ਤੌਰ 'ਤੇ ਕਿਹਾ ਕਿ ਜਿਹੜਾ ਹਿੰਦੁਸਤਾਨ ਦੌਲਤ ਇਸਲਾਮੀਆ, ਇਹ ਸਾਰੇ ਦਾ ਸਾਰਾ ਜਿਹੜਾ ਇੱਥੇ ਇੱਕੋ ਕਲਚਰ ਹੋਏਗਾ, ਹੈਦਰੀ ਕਲਚਰ, ਨਥਿੰਗ ਐਲਸ। ਵੀ ਵੋਨਾ ਕਨਵਰਟ ਐਵਰੀਥਿੰਗ, ਕਨਵਰਜਨ ਕਰ ਦਿਆਂਗੇ ਸਾਰੇ ਦੀ ਸਾਰੀ। ਜਦੋਂ ਸਾਰੀ ਬਾਤ ਹੋ ਰਹੀ ਹੈ, ਉਹਨਾਂ ਵਾਸਤੇ ਸਭ ਤੋਂ ਵੱਡਾ ਚੈਲੰਜ ਕਿਹੜਾ ਆ? ਚੈਲੰਜ ਆ ਗੁਰੂ ਅਰਜਨ ਸਾਹਿਬ। ਗੁਰੂ ਅਰਜਨ ਸਾਹਿਬ ਕਿਉਂ ਚੈਲੰਜ ਆ? ਉਹਦੇ ਕਈ ਕਾਰਨ ਨੇ, ਮੈਂ ਇੱਕ ਦੋ ਬਿਆਨ ਕਰਦਾ ਛੋਟੇ ਜਿਹੇ ਸਿਰਫ। ਇੱਕ ਕਾਰਨ ਤਾਂ ਇਹ ਹੈ ਕਿ ਗੁਰੂ ਅਰਜਨ ਸਾਹਿਬ, ਕਿਉਂਕਿ ਇਹ ਧਰਮ ਸੀਗੇ, ਕਹਿੰਦੇ ਸੀ ਅਸੀਂ ਕਿਤਾਬ ਵਾਲੇ ਧਰਮ ਆ। ਵੀ ਹੈਵ ਬੁੱਕ, ਵੀ ਹੈਵ ਕਿਤਾਬ, ਅਸੀਂ ਕਿਤਾਬੀ ਮਤ ਹਾਂ। ਜੇ ਕੋਈ ਗੱਲ ਹੁੰਦੀ ਸੀ, ਇਹ ਆਪਣੀ ਕਿਤਾਬ ਪੜ੍ਹ ਕੇ ਕਹਿੰਦੇ ਸੀ ਆਹ ਦੇਖੋ, ਆਹ ਦੇਖੋ, ਇਸ ਰੂਪ ਦੇ ਵਿੱਚ। ਹੁਣ ਕੀ ਹੋਇਆ? ਗੁਰੂ ਅਰਜਨ ਸਾਹਿਬ ਨੇ ਗ੍ਰੰਥ ਸਾਹਿਬ ਦੀ ਤਾਮੀਰੀਅਤ ਕਰ ਦਿੱਤੀ। ਹੁਣ ਤੇ ਮੁਸ਼ਕਿਲ ਬਣ ਗਈ, ਇਹਦਾ ਕੀ ਕਰਾਂਗੇ? ਇਸ ਨੇ ਤੇ ਰੂਹਾਨੀ ਬਾਣੀ ਤੋਂ ਵੀ ਲੋਕ ਬੋਲੀ 'ਚ ਰਚ ਦਿੱਤੀ। ਤੇ ਬਾਣੀ ਵੀ ਉਹ ਜਿਹਨੂੰ ਗਾ ਕੇ ਪੜ੍ਹ ਕੇ ਮਨੁੱਖ, ਜਿਹਨੂੰ ਅਸੀਂ ਅੱਜ ਮਾਈਂਡਫੁਲਨੈਸ ਕਹਿੰਦੇ ਹਾਂ, ਕੋਈ ਸਿਚੁਏਸ਼ਨ ਹੋਏ, ਕੋਈ ਸਮਾਂ ਹੋਏ, ਮਨੁੱਖ 'ਚ ਡਰ, ਭੈ, ਖੌਫ, ਭੈ, ਕੋਈ ਚੀਜ਼ ਰਹਿੰਦੀ ਨਹੀਂ। ਮਨੁੱਖ ਤੇ ਹਾਇਰ ਲੈਵਲ 'ਤੇ ਚਲਾ ਜਾਂਦਾ। ਨੋ 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 ਨੋ, ਵੀ ਰੀਅਲੀ ਵਾਂਟ ਟੂ ਸਟਾਪ ਹਿਮ, ਵੀ ਰੀਅਲੀ ਵਾਂਟ ਟੂ ਕਿਲ ਹਿਮ। ਸੋ ਇਸ ਰੂਪ ਦੇ ਵਿੱਚ ਗੁਰੂ ਅਰਜਨ ਸਾਹਿਬ ਦੇ ਖਿਲਾਫ ਉਹ ਫਿਰ ਇੱਕ ਪੂਰੀ ਦੀ ਪੂਰੀ ਮੁਹਿੰਮ ਚਲਾਉਂਦਾ ਹੈ। ਪੂਰੇ ਦਾ ਪੂਰਾ, ਜਿਹਨੂੰ ਕਹਿ ਲਓ ਕਿ ਇੱਕ ਸਾਰੇ ਦਾ ਸਾਰਾ ਉਹ ਪ੍ਰੋਪੋਗੰਡਾ ਹੁੰਦਾ ਹੈ, ਸਭ ਚੀਜ਼ਾਂ ਹੁੰਦੀਆਂ। ਅਖੀਰ ਗੁਰੂ ਅਰਜਨ ਸਾਹਿਬ ਨੂੰ ਕਟਘਰੇ 'ਚ ਖੜਾ ਕੀਤਾ ਜਾਂਦਾ ਜਾ ਕੇ। ਅਤੇ ਹੁਣ ਉਹ ਦੋ ਚੀਜ਼ਾਂ ਕਰਨੀਆਂ ਚਾਹੁੰਦੇ ਨੇ। ਇੱਕ ਤਾਂ ਇਹ ਕਿ ਗੁਰੂ ਅਰਜਨ ਸਾਹਿਬ ਨੂੰ ਫਿਜ਼ੀਕਲੀ ਦੇ ਵਾਂਟ ਟੂ ਕਿਲ, ਦੇਰ ਇਜ਼ ਨੋ ਡਾਊਟ, ਬਟ ਬਿਫੋਰ ਦੈਟ they want to actually do some sort of character assassination of Guru Arjan Sahib. ਕਿਉਂਕਿ ਜੇ ਗੁਰੂ ਅਰਜਨ ਸਾਹਿਬ ਦੀ ਕੱਲੀ ਫਿਜ਼ੀਕਲ ਅਸੈਸੀਨੇਸ਼ਨ ਕਰਦੇ ਨੇ ਉਹ, ਤੇ ਫਿਰ ਤੇ ਸ਼ਹੀਦ ਨੇ, ਤੇ ਸ਼ਹੀਦ ਦਾ ਰੁਤਬਾ ਤੇ ਬੜਾ ਦਿਗਰ ਆ। ਹੁਣ ਕੀ ਕੀਤਾ ਜਾਏ? ਕਿਉਂਕਿ ਉਹਨਾਂ ਦੇ ਆਪਣੇ ਸਕਾਲਰ ਲਿਖਦੇ ਨੇ ਵੀ ਸ਼ਹੀਦੋਂ ਕੀ ਕਤਲਗਾਹ ਸੇ ਕਿਆ ਬਿਹਤਰ ਕਾਬਾ। ਅਸੀਂ ਲਾਹੌਰ ਜਾਈਏ, ਲਾਹੌਰ ਸ਼ਹਿਰ ਦੇ ਵਿੱਚ ਸਾਡੀ ਜ਼ਿਆਰਤ ਉਦੋਂ ਤੱਕ ਪੂਰੀ ਨਹੀਂ ਹੁੰਦੀ ਜਦੋਂ ਤੱਕ ਅਸੀਂ ਗੁਰੂ ਅਰਜਨ ਸਾਹਿਬ ਦੇ ਉਸ ਸ਼ਹੀਦੀ ਧਾਮ ਦੇ ਉੱਤੇ, ਰਾਵੀ ਦੇ ਕੰਢੇ ਉੱਤੇ ਜਾ ਕੇ ਨਹੀਂ ਆਉਂਦੇ। ਅਸੀਂ ਉੱਥੇ ਨਤਮਸਤਕ ਹੋਈਏ, ਅਸੀਂ ਉੱਥੋਂ ਦੀ ਧੂੜ ਚੁੱਕ ਕੇ ਮੱਥੇ ਨੂੰ ਲਾਈਏ, ਸਾਨੂੰ ਅਹਿਸਾਸ ਹੋਏ ਹਾਂ ਸਾਡੇ ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਨੇ ਮਾਨਵਤਾ ਵਾਸਤੇ ਆਹ ਜਿਹੜੀ ਚੀਜ਼ ਇਸ ਰੂਪ ਵਿੱਚ ਬਰਦਾਸ਼ਤ ਕੀਤੀ ਸੀਗੀ, ਉਹਨਾਂ ਨੂੰ ਪਤਾ ਇਸ ਗੱਲ ਦਾ। ਇਸ ਕਰਕੇ ਗੁਰੂ ਅਰਜਨ ਸਾਹਿਬ ਦੇ ਖਿਲਾਫ ਫਿਰ ਬਹੁਤ ਸਾਰੇ ਇਹੋ ਜਿਹੀਆਂ ਚੀਜ਼ਾਂ ਚਲਾਈਆਂ ਗਈਆਂ। ਇਹਨਾਂ ਨੇ ਟੈਕਸ ਨਹੀਂ ਦਿੱਤਾ, ਇਹਨਾਂ ਨੇ ਅਮੀਰ ਖੁਸਰੋ ਦੀ ਮਦਦ ਕੀਤੀ ਹੈ, ਚੰਦੂ ਦੀ ਇਨਵੋਲਵਮੈਂਟ ਹੋਈ, ਸਭ
ਅਸੀਂ ਸਾਰਾ ਉਹ ਇਤਿਹਾਸ ਕਈ ਵਾਰੀ ਪੜ੍ਹਿਆ ਸੁਣਿਆ, ਮੈਂ ਟੂਕ ਮਾਤਰ ਬਿਆਨ ਕਰਾਂ। ਅਖੀਰ ਫਿਰ ਮੰਗੋਲੀਆਂ ਨੇ ਇੱਕ ਲਾ ਬਣਾਇਆ ਸੀਗਾ ਮੰਗੋਲ ਦੇ ਵਿੱਚ, ਜਿਹੜਾ ਬਾਅਦ ਵਿੱਚ ਵਰਲਡ ਵਾਈਡ ਇੰਪਲੀਮੈਂਟ ਹੋਇਆ ਕਈ ਜਗ੍ਹਾ 'ਤੇ। ਜਿਵੇਂ ਅੱਜ ਵੀ ਅਸੀਂ ਬਹੁਤ ਸਾਰੇ ਕਲੋਨੀਅਲ ਸਿਸਟਮ ਦੇ ਵਿੱਚ ਜਾਂ ਕਲੋਨੀਅਲ ਪੀਰੀਅਡ ਵਿੱਚ ਬਣੇ ਹੋਏ ਲਾ ਦੇਖਦੇ ਆ, ਜਿਹਨੂੰ ਅੱਜ ਲੋਕ ਕਹਿੰਦੇ ਵੀ ਦੇ ਆਰ ਐਕਚੁਅਲੀ ਜਿਹੜੇ ਹੁਣ ਅੱਜ ਉਹ ਇਨਐਪਰੋਪ੍ਰੀਏਟ ਨੇ ਜਾਂ ਉਹ ਬਿਲਕੁਲ ਆਊਟਡੇਟਡ ਹੋ ਚੁੱਕੇ ਨੇ। ਉਹਨਾਂ ਦਾ ਇੱਕ ਲਾ ਸੀਗਾ ਜਿਹਨੂੰ ਕਹਿੰਦੇ ਸੀ ਯਾਸਾ। ਇਸ ਯਾਸਾ ਕਾਨੂੰਨ ਦੇ ਅੰਦਰ ਜਦੋਂ ਕਿਸੇ ਨੂੰ ਸਜ਼ਾ ਦਿੱਤੀ ਜਾਂਦੀ ਸੀ ਤਾਂ ਸਜ਼ਾ ਕੁਝ ਇਸ ਤਰ੍ਹਾਂ ਦਿੱਤੀ ਜਾਂਦੀ ਸੀ ਕਿ ਉਸ ਨੂੰ ਕੁਝ ਗੁੰਮ ਚੋਟ ਮਾਰ ਕੇ ਜ਼ਹਿਰ ਦਾ ਪਿਆਲਾ ਪਿਆ ਕੇ ਕੁਝ, ਤਾਂ ਕਿ ਉਹਦਾ ਖੂਨ ਨਾ ਨਿਕਲੇ, ਉਹਦੀ ਤਿੱਖਾ ਧਾਰ ਕੋਈ ਹਥਿਆਰ ਨਾ ਯੂਜ਼ ਕੀਤਾ ਜਾਏ, ਇਹਦੇ ਨਾਲ ਉਸ ਨੂੰ ਜਿਹੜਾ ਹੈਗਾ ਸ਼ਹੀਦ ਕਰਤਾ ਜਾਏ। ਪਰ ਜਦੋਂ ਗੁਰੂ ਅਰਜਨ ਸਾਹਿਬ ਦੀ ਬਾਤ ਆਈ ਤੇ ਗੁਰੂ ਅਰਜਨ ਸਾਹਿਬ ਨੂੰ ਇਸ ਤੋਂ ਪਹਿਲਾਂ ਕਿ ਯਾਸਾ ਕਾਨੂੰਨ ਦੇ ਤਹਿਤ ਸ਼ਹੀਦ ਕੀਤਾ ਜਾਏ, ਇਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ ਜਾਏ। ਤੇ ਕਰੈਕਟਰ ਅਸੈਸੀਨੇਸ਼ਨ ਹੋ ਨਹੀਂ ਸਕਦੀ, ਜੋ ਗੁਰੂ ਅਰਜਨ ਸਾਹਿਬ ਨੂੰ ਤੇ ਪਿਆਰ ਕਰਦਾ ਪੰਜਾਬ ਦਾ, ਸਾਰੇ ਭਾਰਤੀ ਖਿੱਤੇ ਦਾ ਇੱਕ ਇੱਕ ਰੋਮ, ਇੱਕ ਇੱਕ ਅੰਸ਼ ਜਿਹੜਾ ਆ। ਮੋਹਸਨ ਫਾਨੀ ਵਕਤ ਦਾ ਹਿਸਟੋਰੀਅਨ ਆ, ਬਿਲਕੁਲ ਸੇਮ ਟਾਈਮ ਦੇ 'ਚ ਆ ਰਿਹਾ ਗੁਰੂ ਅਰਜਨ ਸਾਹਿਬ ਦੇ। ਉਹਦਾ ਕਿਤਾਬ 'ਚ ਲਿਖਿਆ ਹੈ ਦਬਿਸਤਾਨ ਮਜ਼ਾਹਬ, ਫਾਰਸੀ ਦੇ ਵਿੱਚ, ਪਰਸ਼ੀਅਨ ਦੇ ਵਿੱਚ। ਉਸ ਨੂੰ ਪ੍ਰਿੰਸੀਪਲ ਗੰਡਾ ਸਿੰਘ ਨੇ ਕੋਡ ਕੀਤਾ ਬਾਅਦ ਵਿੱਚ ਉੱਥੇ ਲਿਆ ਕੇ ਸਾਰਾ, ਅੱਜ ਕੱਲ੍ਹ ਤੇ ਸਾਰਾ ਉਹਦੀ ਟਰਾਂਸਲੇਸ਼ਨ ਮਿਲ ਜਾਂਦੀ ਹੈ। ਉਹ ਜ਼ਿਕਰ ਕਰਦਾ ਹੈ ਕਿ ਟੋਟਲ ਪਾਪੂਲੇਸ਼ਨ ਭਾਰਤ ਦੀ ਜਿਹੜੀ ਹੈ ਉਹ 6 ਕਰੋੜ ਹੈ। 6 ਕਰੋੜ ਦੇ ਵਿੱਚੋਂ ਅਰਾਊਂਡ 2 ਕਰੋੜ ਲੋਕ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਗੁਰੂ ਅਰਜਨ ਸਾਹਿਬ ਦੀ ਪ੍ਰਸਤਗੀ ਮੰਨਦੇ ਨੇ, ਗੁਰੂ ਅਰਜਨ ਸਾਹਿਬ ਨੂੰ ਰੱਬੀ ਪੁਰਖ ਮੰਨਦੇ ਨੇ। ਜਿਹੜੀ ਮੈਂ ਬਾਤ ਸ਼ੁਰੂ ਕੀਤੀ, ਜਗ ਔਰ ਨ ਯਾਹੇ ਮਹਾਤਮ ਮੈਂ ਅਵਤਾਰ ਉਜਾਗਰ ਆਨ ਕੀਓ। ਉਹ ਕਹਿੰਦੇ ਇਹੋ ਜੀ ਹਸਤੀ ਨਾ ਕਦੀ ਆਈ ਨਾ ਕਦੀ ਆਉਣੀ। ਗੁਰੂ ਅਰਜਨ ਸਾਹਿਬ, ਗੁਰੂ ਨਾਨਕ ਦੇ 5ਵੇਂ ਇਹ ਜਾਨਸ਼ੀਨ ਜਿਹੜੇ ਨੇ, ਇਹ ਸਾਡੇ ਵਾਸਤੇ ਕਰਤਾਰ ਦਾ ਰੂਪ ਨੇ। ਹੁਣ ਜਦੋਂ ਇਹੋ ਜੀ ਹਾਲਤ ਹੈ, ਇਹਦੇ 'ਚ ਕੀ ਕੀਤਾ ਜਾਏ? ਜਹਾਂਗੀਰ ਕਹਿੰਦਾ ਹੈ ਇਹਨੂੰ ਹਟਾਓ, ਪਰ ਹਟਾਉਣਾ ਐਵੇਂ ਨਹੀਂ, ਕੀਤਾ ਕੀ ਜਾਏ? ਕਰੈਕਟਰ ਅਸੈਸੀਨੇਸ਼ਨ। ਕੀ ਕੀਤਾ? ਗੁਰੂ ਅਰਜਨ ਸਾਹਿਬ ਦੇ ਤਸੀਹੇ ਕੀਤੇ, ਤਾਂ ਕਿ ਜਿਹੜੀ ਜ਼ਬਾਨ ਇਹਨਾਂ ਦੀ ਇਹ ਕਹਿੰਦੀ ਨਾ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ, ਮੰਦਾ ਕਿਸੇ ਨਾ ਆਖ ਝਗੜਾ ਪਾਵਨਾ ਮਨ ਆਪਣੇ ਤੇ ਬੁਰਾ ਮਿਟਾਨਾ। ਇਸੇ ਜ਼ਬਾਨ ਤੋਂ ਇਹ ਕਹਿਣ ਲੱਗ ਜਿਓ, ਜਹਾਂਗੀਰ ਤੈਨੂੰ ਦੋਜ਼ਖ 'ਚ ਥਾਂ ਨਾ ਮਿਲੇ, ਉਹ ਮੁਰਤਜ਼ਾ ਖਾਨ ਤੈਨੂੰ ਕੀੜੇ ਪੈਣ, ਉਹ ਚੰਦੂ ਤੇਰਾ ਰਹਿਣਾ ਕੁਝ ਨਹੀਂ, ਤੂੰ ਮੇਰੇ ਤੇ ਇੰਨਾ ਜ਼ੁਲਮ ਕਰ ਰਿਹਾ ਹੈ। ਸੱਚਾਈ ਇਹ ਹੈ, ਉਹਨਾਂ ਜ਼ੋਰ ਲਾ ਲਿਆ, ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਪਾਵਨ ਪਾਕ ਜ਼ਬਾਨ ਤੋਂ ਇੱਕੋ ਲਫ਼ਜ਼ ਨਿਕਲਦਾ ਰਿਹਾ, ਤੇਰਾ ਕੀਆ ਮੀਠਾ ਲੱਗ। That is the thing which we can say। ਇਹਨੂੰ ਅਸੀਂ ਕਹਿੰਦੇ ਆ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ we can put in right actually in terminology, that is ਜਬਰ ਨੂੰ ਸਬਰ ਨਾਲ ਜਿੱਤਿਆ। ਸਬਰ ਦਾ ਮੁਜੱਸਮ ਹੈ ਗੁਰੂ ਅਰਜਨ ਸਾਹਿਬ। ਐਸੇ ਗੁਰੂ ਅਰਜਨ ਸਾਹਿਬ ਸ਼ਾਮੇ ਸ਼ਹਾਦਤ ਪੀਂਦੇ ਨੇ 1604 ਦੇ ਵਿੱਚ। ਅੱਜ ਅਸੀਂ ਉਹਨਾਂ ਦੇ ਸ਼ਹਾਦਤ ਪੁਰਬ ਤੇ ਉਹਨਾਂ ਨੂੰ ਨਮਨ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ, ਪਾਤਸ਼ਾਹ ਸਾਨੂੰ ਵੀ, ਸਾਡੇ ਪਰਿਵਾਰਾਂ ਦੇ ਵਿੱਚ ਵੀ ਸਬਰ ਦੀ ਬਰਕਤ ਕਰੀ ਦਾਤਾ। ਸਾਨੂੰ ਸਿੱਖੀ ਦੇ ਰਾਹ ਤੇ ਤੁਰਨ ਦੀ ਇਜਾਜ਼ਤ ਦੇਈਂ ਦਾਤਾ। ਤੂੰ ਕੁੱਲ ਕਾਇਨਾਤ ਨੂੰ ਰੋਸ਼ਨ ਕੀਤਾ ਸ਼ਬਦ ਦੇ ਨਾਲ, ਸਾਡੀ ਸੁਰਤ ਨੂੰ ਵੀ ਰੋਸ਼ਨ ਕਰੀ ਦਾਤਾ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਸਮਾਂ ਸਮਾਪਤ ਹੈ। ਕਿਰਸਾਨੀ ਸੰਘਰਸ਼, ਕਿਰਸਾਨੀ ਹੱਕ ਹਕੂਕਾਂ ਲਈ ਜੂਝ ਰਹੇ ਸਾਡੇ ਮਾਈ ਭਾਈ, ਉਹਨਾਂ ਦੀ ਸਫਲਤਾ ਹੋਏ, ਉਹਨਾਂ ਦੀ ਚੜ੍ਹਦੀ ਕਲਾ ਹੋਏ, ਉਹਦੀ ਦਿਲੀ ਅਰਦਾਸ ਦੇ ਨਾਲ ਗੁਰਪੁਰਬ ਦੀ ਇਸ ਪਾਵਨ ਸੰਧਿਆ 'ਤੇ ਸ਼ਹੀਦਾਂ ਨੂੰ ਨਮਨ ਕਰਦਿਆਂ ਹੋਇਆਂ, ਸ਼ਹੀਦਾਂ ਦੀ ਅਸੀਸ ਪ੍ਰਾਪਤ ਕਰਦਿਆਂ ਹੋਇਆਂ, ਮੇਰੇ ਵੱਲੋਂ ਆਪ ਸਮੂਹ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।